ਵਾਹਿਗੁਰੂ ਸਤਿਨਾਮ। ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਦੀਨ ਦਰਦ ਦੁਖ ਭੰਜਨਾ ਕਾਟ ਕਾਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ। ਬਾਜਾਂ ਵਾੜਿਆ ਤੇਰਾ ਹੀ ਹੌਸਲਾ ਸੀ। ਬਾਜਾਂ ਵਾੜਿਆ ਤੇਰਾ ਹੀ ਹੌਸਲਾ ਸੀ। ਅੱਖਾਂ ਸਾਹਮਣੇ ਪੁੱਤ ਮਰਵਾ ਦਿੱਤੇ ਉਹ ਲੋਕੀ ਲੱਭਦੇ ਨੇ ਲਾਲ ਪੱਥਰਾਂ ਚੋਂ। ਤੇ ਤੂੰ ਪੱਥਰਾਂ ਵਿੱਚ ਚਿਣਵਾ ਦਿੱਤੇ। ਜੀ ਕਿਹੜਾ ਵਾਰ ਦੂ ਜਿਗਰ ਦੇ ਟੋਟੇ। ਬਾਜਾਂ ਵਾਲੇ ਗੁਰਾਂ ਤੋਂ ਬਿਨਾ ਵਾਰ ਦੂ ਜਿਗਰ ਦੇ ਟੋਟੇ। ਬਾਜਾਂ ਵਾਲੇ ਗੁਰਾਂ ਤੋਂ ਬਿਨਾ ਵਾਹ
जिगर दे बाजा वाले गुरा तो वार दू जिगर दे टोटे बाजा वाले गुरा तो बिना बाजा वाले गुरा तो मेरे प्यारे बाजा वाले गुरा तो बिना प्यारे जी 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 बाजा वाले गुरा तो बिना बाबा बाबा जी बाजा वाले गुरा तो मेरे प्यारे बाजा वाले गुरा तो बिना बाबा बाबा 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 बाजा वाले गुरा तो बिना एक बार दूजे कर दे टोटे बाजा वाले गुरा तो आवार दूजे कर दे टोटे बाजा वाले गुरा तो बिना बाजा वाले गुरा तो बिना तेरे वर्गा इस धरती ते होर न कोई आया अकाल पुरख दी जाहला मूरत गुर गोबिंद अखवाए जो तो प्रेम खेलन का जाओ सिर धर तड़ी गली मेरिया इत मार्ग पैर तरीजै सिर दीजै कान ना कीजै इत मार्ग पैर तरीजै सिर दीजै कान ना कीजै पहला मरण कबूल
की छाड़ आस, हो सबना की रेणुका, तो आओ हमारे पास। गगन दमामा बाजो, पर्यो निशाने का, खेत जो मांड्यो सूरमा, अब जो जन को सूरा सो पहचानिए, जो लड़ दीन कहे पुरजा काट मरे, कबहू ना छाड़े खेत, जो लड़ दीन कहे सूरा सोई, सूरा सोई, लड़ दीन कहे तो सूरा सोई, सूरा सोई। सूरा सो पहचानिए, जो लड़ दीन कहे पुरजा काट मरे, कबहू ना छाड़े परम सत्कारयोग सतगुਰਾਂ ਦੀ ਸਾਡੀ ਨਮਾਜੀ गुरु प्यारी गुरु सवारी साध संगत जी, धन सतगुरु श्री गुरु ग्रंथ साहब महाराज सच्चे पातशाह जी दे पावन दरबार दे विच आपां सारे रल मिल के सच्चे पातशाह सतगुरु श्री गुरु गोबिंद सिंह साहिब महाराज, उन्हां दे चारे साहिबजादे सत्कारयोग बाबा अजीत सिंह जी, सत्कारयोग बाबा जुझार सिंह जी, सत्कारयोग बाबा जोरावर सिंह जी, धन बाबा फतेह सिंह जी और माता गुजर कौर अते सारे शहीद ਸਿੰਘਾਂ ਦੀ याद ਵਿੱਚ जुड़ करके बैठे हाँ।
ਆਓ ਕੋਈ ਵੀ ਬੇਨਤੀ ਆਰੰਭ ਕਰਨ ਤੋਂ ਪਹਿਲਾਂ ਕੋਈ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਬਾਣੀ ਦੇ ਬਾਹਰ ਇਤਿਹਾਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਨਾਅਰਾ ਸਾਰੀ ਸੰਗਤ ਰਲ ਮਿਲ ਕੇ ਬੁਲੰਦ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਲਈਏ। ਇੱਕ ਵਾਰੀ ਆਖਣ ਤੇ ਸਾਰੀ ਸੰਗਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਸਮਾਂ ਸੱਚੇ ਪਾਤਸ਼ਾਹ ਜੀ ਨੇ ਪਿੰਡ ਹਰੀਪੁਰ ਦੀ ਸੰਗਤ ਨੂੰ ਬਖਸ਼ਿਸ਼ ਕੀਤਾ। ਜੋ ਸਫ਼ਰ ਸ਼ਹਾਦਤ ਸਾਰੀ ਸਿੱਖ ਕੌਮ ਅੱਜ ਮਨਾ ਰਹੀ ਹੈ, ਸਿੱਖ ਕੌਮ ਦੇ ਉਹ ਮਹਾਨ ਦਿਹਾੜੇ ਜਿਨ੍ਹਾਂ ਦੇ ਬਾਬਤ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਹੈ, ਔਰ ਸਿੱਖ ਕੌਮ ਦੇ ਉਹ ਮਹਾਨ ਦਿਹਾੜੇ, ਉਹ ਮਹਾਨ ਸ਼ਹੀਦੀਆਂ ਜਿਨ੍ਹਾਂ ਦੀ ਮਿਸਾਲ ਸਾਰੀ ਦੁਨੀਆ ਦਾ ਇਤਿਹਾਸ ਫੋਲ ਕੇ ਵੇਖ ਲਈਏ ਕਿਤੋਂ ਵੀ ਨਹੀਂ ਮਿਲਦੀ ਹੈ। ਸੱਚੇ ਪਾਤਸ਼ਾਹ ਜੀ ਨੇ ਸਾਰੀ ਕੌਮ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜਿਆ ਹੈ। ਥਾਂ ਥਾਂ 'ਤੇ ਸਮਾਗਮ ਹੋ ਰਹੇ ਹਨ। ਕਿਸੇ ਨਗਰ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਇਆ ਹੈ, ਕਿਸੇ ਨਗਰ ਦੇ ਵਿੱਚ ਸਹਿਜ ਪਾਠ ਹੋ ਰਹੇ ਹਨ। ਕੋਈ ਆਪਣੇ ਘਰ ਬੈਠ ਕੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਚੌਪਈ ਸਾਹਿਬ ਜੀ ਦੇ ਪਾਠ, ਕੋਈ ਜਪਜੀ ਸਾਹਿਬ ਜੀ ਦੇ ਪਾਠ, ਕੋਈ ਦਾਨ ਪੁੰਨ ਦੀ ਸੇਵਾ ਕਰ ਰਿਹਾ ਹੈ। ਕਰਨਾ ਵੀ ਚਾਹੀਦਾ ਹੈ, ਕਿਉਂਕਿ ਮਹਾਰਾਜ ਦੀ ਬਾਣੀ ਦਾ ਬਚਨ ਹੈ, ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ। ਇੱਥੇ ਥੋੜ੍ਹਾ ਜਿਹਾ ਧਿਆਨ ਨਾਲ ਇਸ ਪੰਕਤੀ ਨੂੰ ਵਿਚਾਰਿਓ। ਸੁਣੀ ਆਪਾਂ ਬਹੁਤ ਵਾਰੀ ਹੋਏਗੀ ਜੀ ਸਾਰਿਆਂ ਨੇ, ਇਹਨੂੰ ਥੋੜ੍ਹਾ ਵਿਸ਼ਰਾਮ ਦੇ ਕੇ ਨਾ ਸਹੀ ਢੰਗ ਨਾਲ ਸ਼ੁੱਧ ਉਚਾਰਨ ਕੀਤਾ ਜਾਵੇ ਤੇ ਇਹਦਾ ਅਰਥ ਬਹੁਤ ਵਧੀਆ ਨਿਕਲਦਾ ਜੀ। ਤੇ ਯਾਦ ਰੱਖਿਓ, ਗੁਰਬਾਣੀ ਜਿੰਨੀ ਵੀ ਹੈ ਉਹਦੇ ਸਹੀ ਅਰਥ ਜੇ ਜਾਣਨੇ ਹੋਣ ਤਾਂ ਉਹਦਾ ਸ਼ੁੱਧ ਉਚਾਰਨ ਹੋਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਨੇ ਸੰਥਿਆ ਗੁਰਬਾਣੀ ਦੀ ਲਈ ਹੈ ਉਹਨਾਂ ਨੂੰ ਪਤਾ ਹੈ ਕਿ ਕਿੰਨੀ ਡੂੰਘਾਈ ਦੀਆਂ ਗੱਲਾਂ ਗੁਰਬਾਣੀ ਵਿੱਚੋਂ ਬਾਣੀ ਪੜ੍ਹਦਿਆਂ ਤੋਂ ਲੱਭਦੀਆਂ ਨੇ, ਜੇ ਸੰਥਿਆ ਨਾਲ ਪਾਠ ਕੀਤਾ ਤਾਂ। ਇਸ ਪੰਕਤੀ ਦਾ ਪਾਠ ਜੇ ਵਿਸ਼ਰਾਮ ਸਹੀ ਲਾ ਕੇ ਕਰੀਏ ਤਾਂ ਮਹਾਰਾਜ ਦੀ ਬਾਣੀ ਦਾ ਬਚਨ ਇਹ ਬਣਦਾ ਹੈ, ਬਾ ਬਾਣੀਆਂ ਆਪਣੇ ਵੱਡਿਆਂ ਦੀਆਂ ਸਤਿਕਾਰਯੋਗ ਬਜ਼ੁਰਗਾਂ ਦੀਆਂ ਕਹਾਣੀਆਂ, ਬਾ ਬਾਣੀਆਂ ਕਹਾਣੀਆਂ ਪੁੱਤ। ਇੱਥੇ ਰੁਕ ਜਾਓ। ਪੁੱਤ ਜੇ ਕੋਈ ਇਹਨਾਂ ਨੂੰ ਯਾਦ ਕਰਦਾ ਹੈ, ਜੇ ਕੋਈ ਆਪਣੇ ਵੱਡਿਆਂ ਨੂੰ ਯਾਦ ਕਰਦਾ ਹੈ, ਆਪਣੇ ਬਜ਼ੁਰਗਾਂ ਨੂੰ, ਆਪਣੇ ਸ਼ਹੀਦਾਂ ਨੂੰ ਯਾਦ ਕਰਦਾ ਹੈ, ਬਾ ਬਾਣੀਆਂ ਕਹਾਣੀਆਂ ਪੁੱਤ ਜੇ ਕੋਈ ਯਾਦ ਕਰੇਗਾ ਸੁਪੁੱਤ ਕਰੇਨ। ਆਪਣੇ ਵੱਡਿਆਂ ਦੀ ਯਾਦ ਮਨਾਉਣ ਵਾਲੇ ਪੁੱਤਰਾਂ ਤੋਂ ਸੁਪੁੱਤਰ ਬਣ ਜਾਂਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤਿੰਨ ਤਰ੍ਹਾਂ ਦੀ ਔਲਾਦ ਹੁੰਦੀ ਹੈ ਜੀ, ਤਿੰਨ ਤਰ੍ਹਾਂ ਦੀ ਔਲਾਦ ਹੁੰਦੀ ਹੈ। ਇੱਕ ਹੁੰਦੇ ਨੇ ਪੁੱਤਰ, ਜਿਹੜੇ ਆਪਣੇ ਪਿਓ ਦੀ ਬਣਾਈ ਹੋਈ ਇੱਜ਼ਤ ਨੂੰ, ਮਾਣ ਵਡਿਆਈ ਨੂੰ, ਜ਼ਮੀਨ ਜਾਇਦਾਦ ਨੂੰ ਨਾ ਵਧਾਵੇ ਤੇ ਨਾ ਘਟਾਵੇ, ਉਹਨੂੰ ਕਹਿੰਦੇ ਨੇ ਪੁੱਤਰ। ਇੱਕ ਹੁੰਦੇ ਹੈ ਜੀ ਸਪੁੱਤਰ, ਜਿਹੜਾ ਆਪਣੇ ਪਿਓ ਦੀ ਬਣਾਈ ਜ਼ਮੀਨ ਜਾਇਦਾਦ ਨੂੰ, ਉਹਦੀ ਇੱਜ਼ਤ ਮਾਣ ਵਡਿਆਈ ਨੂੰ ਚਾਰ ਚੰਨ ਲਾ ਦੇਵੇ, ਉਹਨਾਂ ਨੂੰ ਕਹਿੰਦੇ ਨੇ ਸਪੁੱਤਰ। ਤੇ ਇੱਕ ਹੁੰਦੇ ਨੇ ਕਪੁੱਤਰ, ਜਿਹੜਾ ਆਪਣੇ ਪਿਓ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦੇਵੇ, ਵਧਾਵੇ ਨਾ, ਪਹਿਲਾਂ ਨਾਲੋਂ ਵੀ ਘੱਟ ਕਰ ਦੇਵੇ। ਹੁਣ ਆਪ ਜੀ ਸਾਰੇ ਇੱਥੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਬੈਠੇ ਹੋ ਤੇ ਅਸੀਂ ਇਸ ਗੱਲ ਦਾ ਸਾਰੇ ਜਾਣੇ ਤੁਸੀਂ ਆਪਾਂ ਮਾਣ ਕਰ ਸਕਦੇ ਹਾਂ ਵੀ ਅਸੀਂ ਆਪਣੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਕਹਾਉਣ ਦੇ ਹੱਕਦਾਰ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰੇ ਹੀ ਆਪਾਂ ਇਸ ਗੱਲ ਦਾ ਮਾਣ ਕਰਿਓ, ਜਿੰਨੇ ਵੀ ਆਪ ਜੀ ਬੈਠੇ ਹੋ। ਜਿਨ੍ਹਾਂ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਲਿਆ ਕੇ ਬਿਠਾਇਆ ਨਾ ਜੀ, ਇਹ ਮੈਂ ਬਹੁਤ ਥਾਵਾਂ ਤੇ ਬੇਨਤੀ ਕਰਦਾ ਹੁੰਦਾ ਹੈ।
ਤੁਹਾਡੇ ਵਿੱਚ ਕੋਈ ਵੀ ਬੈਠਾ ਹੋਇਆ, ਚਾਹੇ ਕੋਈ ਭਾਈ ਹੋਵੇ, ਚਾਹੇ ਕੋਈ ਬੀਬੀ ਹੋਵੇ, ਚਾਹੇ ਕੋਈ ਬੱਚਾ ਹੋਵੇ, ਇਹ ਗੱਲ, ਇਹ ਵਹਿਮ ਆਪਣੇ ਮਨ ਵਿੱਚੋਂ ਕੱਢ ਕੇ ਸਾਰੇ ਜਾਣੇ ਬੈਠਿਓ ਵੀ ਅਸੀਂ ਆਪ ਚੱਲ ਕੇ ਗੁਰਦੁਆਰੇ ਗਏ ਸੀ, ਅਸੀਂ ਅੱਜ ਜਾ ਕੇ ਦੀਵਾਨ ਦੀ ਹਾਜ਼ਰੀ ਭਰੀ ਸੀ, ਅਸੀਂ ਅੱਜ ਜਾ ਕੇ ਕੀਰਤਨ ਸੁਣਿਆ, ਅਸੀਂ ਅੱਜ ਗੁਰਦੁਆਰੇ ਜਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ। ਇਹ ਵਹਿਮ ਸਾਰੇ ਕੱਢ ਦਿਓ। ਇੱਥੇ ਕੋਈ ਆਪਣੀ ਮਰਜ਼ੀ ਨਾਲ ਨਹੀਂ ਆਇਆ ਹੈ। ਇੱਥੋਂ ਤੱਕ ਅਸੀਂ ਵੀ ਆਪਣੀ ਮਰਜ਼ੀ ਨਾਲ ਨਹੀਂ ਇੱਥੇ ਆਏ ਹਾਂ। ਤੁਹਾਨੂੰ, ਸਾਨੂੰ ਸਾਰਿਆਂ ਨੂੰ ਕੋਈ ਬਾਂਹ ਫੜ ਕੇ ਲੈ ਕੇ ਆਇਆ ਹੈ। ਆਖੋ ਸਤਿਨਾਮ। ਕੋਈ ਲੈ ਕੇ ਆਇਆ ਜੀ ਆਪਾਂ ਨੂੰ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਆਪੇ ਸੰਗਤ ਸੱਦ ਬਹਾਲੇ, ਆਪੇ ਵਿਦਾ ਕਰਾਵੇ। ਸੱਦਣ ਵਾਲਾ ਵੀ ਆਪ ਹੀ ਹੈ, ਸਦਾਉਣ ਵਾਲਾ ਵੀ ਆਪ ਹੀ ਹੈ, ਕੀਰਤਨ ਕਰਨ ਵਾਲਾ ਵੀ ਆਪ ਹੀ ਹੈ, ਤੇ ਬਹਿ ਕੇ ਸੁਣਨ ਵਾਲਾ ਵੀ ਆਪ ਹੀ ਹੈ। ਅੱਛਾ, ਹੁਣ ਇਹ ਗੱਲ ਸਾਰਿਆਂ ਦੇ ਹਜਮ ਨਹੀਂ ਹੋਏਗੀ ਵੀ ਇਦਾਂ ਕਿੱਦਾਂ ਹੋ ਸਕਦੀ ਹੈ। ਇਹਨੂੰ ਥੋੜਾ ਸੌਖੀ ਭਾਸ਼ਾ ਵਿੱਚ ਸਮਝਿਓ ਆਪ ਜੀ ਸਾਰੇ। ਜਿੰਨੇ ਤੁਸੀਂ ਬੈਠੇ ਹੋ ਭਾਈ, ਇੱਧਰ ਧਿਆਨ ਰੱਖਿਓ, ਟਿਕਾ ਬਣਾ ਕੇ ਰੱਖਿਓ। ਜਿੰਨੇ ਤੁਸੀਂ ਭਾਈ ਬੈਠੇ ਹੋ, ਜਿੰਨੀਆਂ ਬੀਬੀਆਂ ਬੈਠੀਆਂ ਹਨ, ਆਪਾਂ ਸਾਰੇ ਜੇ ਇੱਥੇ ਜਿਉਂਦੇ ਜਾਗਦੇ ਬੈਠੇ ਆ ਤਾਂ ਆਪਣੇ ਅੰਦਰ ਕੋਈ ਕਿਸੇ ਦੀ ਤਾਕਤ ਕੰਮ ਕਰ ਰਹੀ ਹੈ। ਇਹ ਸਰੀਰਾ ਮੇਰਿਆ, ਹਰ ਤੁਮ ਮਹਿ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਆਪਣੇ ਸਾਰਿਆਂ ਦੇ ਅੰਦਰ ਬੈਠਾ ਕੋਈ ਬੋਲ ਰਿਹਾ ਹੈ। ਜੇ ਸਾਰਿਆਂ ਦੇ ਵਿੱਚ ਇੱਕੋ ਪ੍ਰਮਾਤਮਾ ਹੈ ਤੇ ਅਸੀਂ ਕਿਵੇਂ ਮਾਣ ਕਰ ਸਕਦੇ? ਮੈਂ ਇੱਥੇ ਬੈਠਾ ਇਸ ਗੱਲ ਦਾ ਮਾਣ ਕਰਾਂ ਕਿ ਮੈਂ ਸੰਗਤ ਨੂੰ ਕੁਝ ਸੁਣਾ ਰਿਹਾ, ਜਾਂ ਤੁਹਾਡੇ ਚੋਂ ਬੈਠਾ ਕੋਈ ਬੰਦਾ ਇਸ ਗੱਲ ਦਾ ਮਾਣ ਕਰੇ ਕਿ ਮੈਂ ਸੰਗਤ ਵਿੱਚ ਬਹਿ ਕੇ ਕੀਰਤਨ ਸੁਣ ਰਿਹਾ। ਜੇ ਸਾਡੇ ਅੰਦਰ ਪ੍ਰਮਾਤਮਾ ਦੀ ਜੋਤ, ਉਹਦੀ ਤਾਕਤ, ਉਹਦੀ ਸੱਤਾ ਨਾ ਕੰਮ ਕਰਦੀ ਹੋਵੇ ਤਾਂ ਫਿਰ ਨਹੀਂ ਗੱਲ ਬਣ ਸਕਦੀ। ਉਹਦੀ ਸੱਤਾ ਬਿਨਾਂ ਨਹੀਂ ਬੈਠ ਸਕਦੇ ਆਪਾਂ ਕੋਈ ਵੀ। ਉਹਦੀ ਤਾਕਤ ਅੰਦਰ ਕੰਮ ਕਰਦੀ ਹੈ। ਸਭ ਮਹਿ ਜੋਤ, ਜੋਤ ਹੈ ਸੋਏ। ਸਾਰਿਆਂ ਵਿੱਚ ਇੱਕ ਪ੍ਰਮਾਤਮਾ ਬੈਠਾ ਹੈ, ਤੇ ਜੇ ਉਹ ਬੈਠਾ ਤਾਂ ਹੀ ਆਪਾਂ ਬੈਠੇ ਹਾਂ। ਇਸ ਕਰਕੇ ਇੱਥੇ ਆਉਣ ਵਾਲਾ ਵੀ ਉਹ ਆਪ ਖੁਦ ਹੀ ਹੈ, ਇੱਥੇ ਆ ਕੇ ਬਹਿਣ ਵਾਲਾ ਵੀ ਆਪ ਖੁਦ ਹੀ ਹੈ, ਇੱਥੇ ਸੁਣਾਉਣ ਵਾਲਾ ਵੀ ਆਪ ਹੀ ਹੈ, ਤੇ ਸੁਣਨ ਵਾਲਾ ਵੀ ਆਪ ਹੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਤੇ ਸਾਰੇ ਜਾਣੇ ਨਾ ਜੀ ਇੱਕ, ਇਹ ਕਹਿ ਲਓ ਕਿ ਜਰੀਆ ਬਣੇ ਆ। ਸਰੀਰ ਹੈ ਆਪੋ ਆਪਣਾ ਲੈ ਕੇ ਆਏ, ਉਹ ਵੀ ਤਾਂ ਕੰਮ ਕਰਦਾ ਜੇ ਪ੍ਰਮਾਤਮਾ ਦੀ ਜੋਤ ਕੰਮ ਕਰਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨੇ, ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ। ਹੁਣ ਤੁਹਾਡੇ ਨਗਰ ਦੀ ਸਾਰੀ ਸੰਗਤ ਤਾਂ ਨਹੀਂ ਇੱਥੇ ਬੈਠੀ ਹੈ ਆਈ, ਸਾਰੇ ਨਹੀਂ ਆਏ। ਇੱਥੇ ਉਹ ਆਏ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਬੁਲਾਇਆ ਹੈ। ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੇ ਸਮਝੋ ਸਾਰੇ ਜਾਣੇ, ਵੀ ਸਾਡੇ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਸਾਨੂੰ ਆਪਣੀ ਗੋਦ ਵਿੱਚ ਬਹਿਣ ਦਾ ਸਮਾਂ ਬਖਸ਼ਿਸ਼ ਕੀਤਾ। ਸੰਗਤ ਜੀ ਧਿਆਨ ਨਾਲ ਸੁਣਿਓ, ਇੱਕ ਛੋਟੀ ਜਿਹੀ ਗੱਲ ਯਾਦ ਆ ਗਈ ਮੇਰੇ। ਨਾਲੇ ਆਪਣੇ ਸਾਰਿਆਂ ਦੀ ਇਕਾਗਰਤਾ ਬਣ ਜਾਏਗੀ, ਟਿਕਾ ਬਣ ਜਾਏਗਾ। ਜਿੰਨੀ ਸੰਗਤ ਹਜੇ ਆ ਰਹੀ ਹੈ ਉਹ ਵੀ ਆ ਜਾਏਗੀ, ਟਿਕ ਜਾਏਗਾ। ਫਿਰ ਆਪਾਂ ਵਿਚਾਰ ਆਰੰਭ ਕਰਦੇ ਹਾਂ। ਸੰਗਤ ਦੇ ਵਿੱਚ ਆ ਕੇ ਬੈਠ ਜਾਣਾ, ਸੰਗਤ ਵਿੱਚ ਆ ਕੇ ਕੀਰਤਨ ਸੁਣਨ ਲੱਗ ਜਾਣਾ, ਸੰਗਤ ਵਿੱਚ ਆ ਕੇ ਬਾਣੀ ਪੜ੍ਹਨ ਲੱਗ ਜਾਣਾ, ਸੇਵਾ ਕਰਨ ਲੱਗ ਜਾਣਾ, ਇਹ ਗੁਰੂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਕਿਸੇ ਬੰਦਗੀ ਕਰਨ ਵਾਲੇ ਦੇ ਕੰਨ ਵਿੱਚ ਕਿਸੇ ਨੇ ਫੂਕ ਮਾਰ ਦਿੱਤੀ, ਉਹਦੇ ਮਨ ਵਿੱਚ ਵਹਿਮ ਪਾ ਦਿੱਤਾ, ਕਹਿੰਦਾ ਤੂੰ ਮਾਲਾ ਫੜ ਕੇ ਸਾਰੀ ਦਿਹਾੜੀ ਬੈਠਾ ਕੀ ਕਰਦਾ ਹੈ? ਉਹ ਕਹਿੰਦਾ ਮੈਂ ਮਾਲਾ ਫੜ ਕੇ ਸਾਰੀ ਦਿਹਾੜੀ ਵਾਹਿਗੁਰੂ ਵਾਹਿਗੁਰੂ, ਜਾਂ ਜਿਹਨੂੰ ਵੀ ਮੈਂ ਮੰਨਦਾ ਹਾਂ, ਰਾਮ ਕਹਿ ਲਓ, ਅੱਲਾ ਕਹਿ ਲਓ, ਗੋਡ ਕਹਿ ਲਓ। ਉਹ ਜਿਹੜਾ ਸਵਾਲ ਕਰਨ ਵਾਲਾ ਸੀ ਉਹ ਕਹਿੰਦਾ ਵੀ ਤੂੰ ਰੱਬ ਨੂੰ ਯਾਦ ਕਰਦਾ ਹੈ, ਕਦੇ ਰੱਬ ਨੇ ਵੀ ਤੈਨੂੰ ਯਾਦ ਕੀਤਾ? ਤੂੰ ਸਦਾ ਉਹਦਾ ਨਾਮ ਲੈ ਲੈ ਕੇ ਆਵਾਜ਼ਾਂ ਉਹਨੂੰ ਮਾਰਦਾ ਹੈ, ਕਦੇ ਉਹਨੇ ਤੈਨੂੰ ਮੂਹਰਿਓਂ ਜਵਾਬ ਵੀ ਦਿੱਤਾ ਹੈ? ਕਦੇ ਤੇਰਾ ਕੀਤਾ ਹੋਇਆ ਪ੍ਰਵਾਨ ਵੀ ਹੋਇਆ? ਜਦੋਂ ਇੰਨੀ ਗੱਲ ਸੁਣੀ ਨਾ ਸੰਗਤ ਦੀ, ਯਾਦ ਰੱਖਿਓ ਸਾਰੀ ਉਮਰ ਉਹ ਬੰਦਾ ਮਾਲਾ ਫੇਰਨ ਵਾਲਾ, ਨਾਮ ਜਪਣ ਵਾਲਾ ਜੁੜਿਆ ਹੋਇਆ ਸੀ, ਪਰ ਇੱਕ ਟੁੱਟੇ ਦੀ ਸੰਗਤ ਮਿਲ ਗਈ, ਤਰਕ ਕਰਨ ਵਾਲੇ ਦੀ ਸੰਗਤ ਮਿਲ ਗਈ, ਉਹਦਾ ਅੰਦਰ ਹਿੱਲ ਗਿਆ। ਉਹਦੇ ਮਨ ਵਿੱਚ ਇਹ ਵਹਿਮ ਪੈ ਗਿਆ ਵੀ ਗੱਲ ਤੇ ਸੱਚੀ ਹੈ,
ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਬੜੀ ਮਾਲਾ ਫੇਰੀ ਹੈ, ਬੜਾ ਸਤਨਾਮ ਵਾਹਿਗੁਰੂ ਜਪਿਆ ਹੈ, ਪਰ ਇਹ ਤਾਂ ਕਦੇ ਸੋਚਿਆ ਹੀ ਨਹੀਂ ਵੀ ਮੇਰਾ ਜਪਿਆ ਹੋਇਆ ਨਾਮ ਪ੍ਰਵਾਨ ਵੀ ਹੁੰਦਾ ਕਿ ਨਹੀਂ ਹੁੰਦਾ। ਇਸ ਗੱਲ ਦਾ ਸਰਟੀਫਿਕੇਟ ਮੈਨੂੰ ਕਿੱਥੋਂ ਮਿਲੇਗਾ ਵੀ ਜਿੰਨੀ ਬਾਣੀ ਹੁਣ ਤੱਕ ਮੈਂ ਪੜ੍ਹੀ ਹੈ, ਜਿੰਨੀ ਹੁਣ ਤੱਕ ਮੈਂ ਮਾਲਾ ਫੇਰੀ ਹੈ, ਇਹ ਪ੍ਰਵਾਨ ਹੋ ਗਈ ਹੈ। ਉਹ ਨਾ ਜੀ, ਇੰਨੀ ਗੱਲ ਸੁਣ ਕੇ ਉਹਦਾ ਮਨ ਟੁੱਟ ਗਿਆ। ਸਵੇਰੇ ਨਾ ਬੈਠ ਕੇ ਮਾਲਾ ਫੜ ਕੇ ਲੱਗਾ ਜਦੋਂ ਨਾਮ ਜਪਣ, ਜਾਪ ਕਰਨ ਵਾਸਤੇ, ਉਹਦਾ ਮਨ ਜੁੜੇ ਨਾ, ਟਿਕੇ ਨਾ, ਅੱਕ ਹਾਰ ਕੇ ਮਾਲਾ ਰੱਖ ਦਿੱਤੀ। ਕਹਿੰਦਾ ਮੈਂ ਨਹੀਂ ਫੇਰਨੀ। ਕਿਉਂ ਨਹੀਂ ਫੇਰਨੀ? ਕਹਿੰਦਾ ਅੱਗਿਓਂ ਕੋਈ ਜਵਾਬ ਤਾਂ ਕਦੇ ਆਇਆ ਹੀ ਨਹੀਂ। ਕਿਸੇ ਨੂੰ ਆਵਾਜ਼ ਲਗਾਤਾਰ ਮਾਰੀ ਚੱਲੀਏ, ਉਹ ਬੰਦਾ ਮੂਹਰਿਓਂ ਜਵਾਬ ਨਾ ਦੇਵੇ, ਆਪਾਂ ਬੁਲਾਉਣਾ ਛੱਡ ਦਿੰਦੇ ਆ ਵੀ ਛੱਡੋ ਜੀ, ਇਹ ਕਿਹੜਾ ਮੂਹਰਿਓਂ ਜਵਾਬ ਦਿੰਦਾ, ਕੋਈ ਇਹ ਤਾਂ ਬੋਲਦਾ ਹੀ ਨਹੀਂ। ਜਦੋਂ ਇਹਨੇ ਮਾਲਾ ਰੱਖ ਦਿੱਤੀ ਨਾ ਸਾਧ ਸੰਗਤ ਜੀ, ਕਹਿੰਦੇ ਇਹਨੂੰ ਅੰਦਰੋਂ ਅੰਦਰ ਹੀ ਅਨੁਭਵ ਹੋਇਆ, ਪ੍ਰਮਾਤਮਾ ਦੀ ਆਵਾਜ਼ ਆਈ। ਕੀ ਆਵਾਜ਼ ਆਈ? ਕਹਿੰਦੇ ਉਹ ਗੱਲ ਸੁਣ, ਸਾਡਾ ਨਾਮ ਜਪਣਾ ਕਿਉਂ ਬੰਦ ਕਰ ਦਿੱਤਾ? ਮਾਲਾ ਫੇਰਨੀ ਕਿਉਂ ਬੰਦ ਕਰ ਦਿੱਤੀ? ਜਦੋਂ ਇੰਨੀ ਇਹਨੂੰ ਅਨੁਭਵ ਹੋਇਆ ਤੇ ਮਨ ਵਿੱਚ ਵੈਰਾਗ ਉੱਠਿਆ, ਅੱਖਾਂ ਵਿੱਚ ਪਾਣੀ ਭਰ ਕੇ ਕਹਿੰਦਾ ਜੀ ਮੈਂ ਮਾਲਾ ਫੇਰਨੀ, ਨਾਮ ਜਪਣਾ ਤਾਂ ਛੱਡ ਦਿੱਤਾ, ਤੁਸੀਂ ਕਦੇ ਅੱਗਿਓਂ ਜਵਾਬ ਤਾਂ ਦਿੱਤਾ ਹੀ ਨਹੀਂ ਮੈਨੂੰ। ਮੈਨੂੰ ਕਿਵੇਂ ਪਤਾ ਲੱਗੇ ਕਿ ਮੇਰੀ ਫੇਰੀ ਹੋਈ ਮਾਲਾ ਜਿਹੜੀ ਪ੍ਰਵਾਨ ਹੋ ਜਾਂਦੀ ਹੈ, ਮੇਰਾ ਕੀਤਾ ਹੋਇਆ ਜਾਪ, ਮੇਰਾ ਕਿਹਾ ਹੋਇਆ ਵਾਹਿਗੁਰੂ ਪ੍ਰਵਾਨ ਹੈ। ਇਹ ਦਰਗਾਹ ਵਿੱਚ ਲਿਖਿਆ ਗਿਆ ਹੈ। ਕਹਿੰਦੇ ਬਸ ਇੰਨੀ ਗੱਲ ਪਿੱਛੇ ਮਾਲਾ ਫੇਰਨੀ ਛੱਡ ਦਿੱਤੀ, ਨਾਮ ਜਪਣਾ ਛੱਡ ਦਿੱਤਾ। ਕਹਿੰਦੇ ਬਸ ਇੰਨੀ ਗੱਲ ਪਿੱਛੇ ਛੱਡ ਦਿੱਤਾ। ਤੇ ਕਹਿੰਦੇ ਨੇ ਪ੍ਰਮਾਤਮਾ ਦੇ ਘਰੋਂ ਉਸ ਬੰਦੇ ਨੂੰ ਆਵਾਜ਼ ਆਉਂਦੀ ਹੈ, ਕਹਿੰਦੇ ਉਹ ਭੋਲਿਆ, ਉਹ ਕਮਲਿਆ, ਤੇਰੀ ਕੀ ਔਕਾਤ ਹੈ ਸਾਡੀ ਮਰਜ਼ੀ ਤੋਂ ਬਿਨਾਂ ਸਾਡਾ ਨਾਮ ਲੈ ਸਕੇ। ਜਦੋਂ ਇੱਕ ਵਾਰੀ ਆਪਣੇ ਮੂੰਹੋਂ ਵਾਹਿਗੁਰੂ ਤੂੰ ਕਹਿਣਾ ਨਾ, ਤੇਰਾ ਕਿਹਾ ਹੋਇਆ ਪ੍ਰਵਾਨ ਹੁੰਦਾ ਤੇ ਤਾਂ ਦੂਜੀ ਵਾਰੀ ਕਹਿ ਸਕਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰਾ ਇੱਕ ਵਾਰੀ ਵਾਹਿਗੁਰੂ ਮੂੰਹੋਂ ਕਿਹਾ ਅਸੀਂ ਪ੍ਰਵਾਨ ਕਰਦੇ ਹਾਂ ਤੇ ਤਾਂ ਦੂਜੀ ਵਾਰੀ ਤੈਨੂੰ ਸੱਤਾ ਮਿਲਦੀ ਹੈ ਨਾਮ ਜਪਣ ਦੀ। ਤੂੰ ਕਹਿੰਦਾ ਹੈ ਅੱਗਿਓਂ ਕਦੇ ਜਵਾਬ ਹੀ ਨਹੀਂ ਆਇਆ, ਕਦੇ ਪ੍ਰਵਾਨ ਹੀ ਨਹੀਂ ਹੋਇਆ। ਇਹ ਤੇਰੀ ਕੀ ਮਰਜ਼ੀ ਹੈ, ਸਾਡੀ ਮਰਜ਼ੀ ਤੋਂ ਬਿਨਾਂ ਨਾਮ ਜਪ ਸਕੇ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਇਸ ਕਰਕੇ ਇਹ ਮਾਣ, ਇਹ ਹੰਕਾਰ ਆਪਣੇ ਮਨ ਚੋਂ ਕੱਢ ਦਿਓ ਵੀ ਅਸੀਂ ਦੀਵਾਨ ਵਿੱਚ ਜਾ ਕੇ ਬੈਠਦੇ ਹਾਂ, ਅਸੀਂ ਦੀਵਾਨ ਜਾ ਕੇ ਸੁਣਦੇ ਹਾਂ, ਅਸੀਂ ਸੇਵਾ ਕਰਦੇ ਹਾਂ। ਇਹ ਤੇ ਗੁਰੂ ਕਿਰਪਾ ਕਰਕੇ ਆਪਾਂ ਸਾਰਿਆਂ ਕੋਲੋਂ ਸੇਵਾ ਲੈ ਰਿਹਾ ਹੈ। ਕਦੇ ਵੀ ਮਨ ਵਿੱਚ ਇਹ ਵਿਚਾਰ ਲੈ ਕੇ ਨਹੀਂ ਗੁਰੂ ਘਰੇ ਆਉਣਾ। ਆਓ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਆਪਾਂ ਸਾਰੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਬੈਠੇ ਹਾਂ। ਵਿਚਾਰ ਆਰੰਭ ਕਰੀਏ। ਸਾਡੇ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਜੋਗਾ ਸਿੰਘ ਜੀ ਰਾਮੂ ਥਿਆੜੇ ਵਾਲੇ ਮਹਾਂਪੁਰਸ਼ ਆਪ ਸਾਰਿਆਂ ਨੂੰ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਾ ਪ੍ਰਸੰਗ ਸੁਣਾ ਕੇ ਗਏ ਨੇ। ਵੱਡੇ ਸਾਹਿਬਜ਼ਾਦੇ ਕਿਵੇਂ ਸ਼ਹੀਦ ਹੋਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਚਮਕੌਰ ਦੀ ਗੜੀ ਛੱਡੀ ਹੈ, ਕਿਵੇਂ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਕੇ ਟਿੰਡ ਦਾ ਸਰਾਣਾ ਲਾ ਕੇ ਸੁੱਤੇ ਹਨ। ਇਹ ਤੁਸੀਂ ਸਾਰਿਆਂ ਨੇ ਸਰਵਣ ਕੀਤਾ। ਕੱਲ ਇੰਨਾ ਹੀ ਕੀਤਾ ਨਾ ਜੀ, ਇੱਥੇ ਪ੍ਰਸੰਗ ਰੁਕਿਆ। ਮੈਨੂੰ ਮਹਾਂਪੁਰਸ਼ਾਂ ਨੇ ਹੁਕਮ ਕੀਤਾ ਸੀ, ਮੈਂ ਫੋਨ ਕੀਤਾ ਉਹਨਾਂ ਨੂੰ, ਮੈਂ ਪੁੱਛਿਆ, ਮੈਂ ਕਿਹਾ ਬਾਬਾ ਜੀ ਸਾਨੂੰ ਦੱਸ ਦਿਓ ਅਸੀਂ ਕਿੱਥੋਂ ਫਿਰ ਕਿਵੇਂ ਸ਼ੁਰੂ ਕਰੀਏ। ਸਾਨੂੰ ਹੁਕਮ ਹੋਇਆ, ਕਹਿਣ ਲੱਗੇ ਵੀ ਤੁਸੀਂ ਛੋਟੇ ਸਾਹਿਬਜ਼ਾਦੇ ਸਤਿਕਾਰਯੋਗ ਬਾਬਾ ਜੋਰਾਵਰ ਸਿੰਘ ਜੀ ਤੇ ਧੰਨ ਬਾਬਾ ਬੋਲਿਆ ਕਰੋ, ਧੰਨ ਬਾਬਾ ਫਤਿਹ ਸਿੰਘ ਜੀ, ਆਪਣੇ ਬਜ਼ੁਰਗਾਂ ਦਾ, ਆਪਣੇ ਸ਼ਹੀਦਾਂ ਦਾ ਨਾਮ ਲੈਣ ਲੱਗੇ, ਕਦੇ ਸੰਗੀ ਦਾ ਨਹੀਂ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਮ ਲੈਣਾ ਹੋਵੇ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣਾ ਹੋਵੇ, ਜਦੋਂ ਸਾਹਿਬਜ਼ਾਦਿਆਂ ਦਾ ਨਾਮ ਲੈਣਾ ਹੋਵੇ ਤਾਂ ਛਾਤੀ ਚੌੜੀ ਕਰਕੇ ਨਾਮ ਲਿਆ ਕਰੋ। ਇਸ ਗੱਲ ਦਾ ਮਾਣ ਕਰਿਆ ਕਰੋ ਵੀ ਅਸੀਂ ਉਹਨਾਂ ਦੇ ਵਾਰਿਸ ਹਾਂ ਜਿਨ੍ਹਾਂ ਨੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਬੜੇ ਤਸੀਹੇ ਤਾਂ ਝੱਲ ਲਏ, ਪਰਿਵਾਰ ਤਾਂ ਵਿਛੜ ਗਿਆ, ਜਾਨਾਂ ਤੇ ਦੇ ਗਏ, ਪਰ ਆਪਣਾ ਸਿਦਕ ਨਹੀਂ ਛੱਡਿਆ, ਆਪਣੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।
ਅਸੀਂ ਉਹਨਾਂ ਦੇ ਵਾਰਸ ਹਾਂ। ਤੇ ਇੱਕ ਗੱਲ ਇਹ ਵੀ ਆਪਣੇ ਪੱਲੇ ਬੰਨ੍ਹਿਓ ਸਾਰੇ, ਜਦੋਂ ਆਪਾਂ ਆਪਣੇ ਵੱਡਿਆਂ ਦਾ, ਬਜ਼ੁਰਗਾਂ ਦਾ, ਸਾਹਿਬਜ਼ਾਦਿਆਂ ਦਾ ਨਾਮ ਦਿਲੋਂ ਲਵਾਂਗੇ ਨਾ ਜੀ। ਇੱਕ ਵਾਰੀ ਮੈਂ ਗਿਆਨੀ ਠਾਕੁਰ ਸਿੰਘ ਪਟਿਆਲੇ ਵਾਲੇ ਮਹਾਂਪੁਰਸ਼ਾਂ ਕੋਲ ਗਿਆ, ਉਹਨਾਂ ਨੇ ਬਹੁਤ ਸੋਹਣੀ ਗੱਲ ਸੁਣਾਈ ਜੀ, ਤੁਹਾਡੇ ਸਾਰਿਆਂ ਦੇ ਕੰਮ ਆਏਗੀ। ਇੱਦਾਂ ਹੀ ਗਿਆਨੀ ਜੀ ਬੈਠੇ ਤੇ ਮੈਂ ਲਾਗੇ ਬੈਠਾ ਤੇ ਅਸੀਂ ਵਿਚਾਰ ਹੋਣ ਲੱਗ ਪਈ ਜੀ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ। ਸੁਣਿਓ, ਵਿਚਾਰ ਕਰਦੇ ਕਰਦੇ ਗਿਆਨੀ ਠਾਕੁਰ ਸਿੰਘ ਜੀ ਨੇ ਬਹੁਤ ਸੋਹਣੀ ਗੱਲ ਦੱਸੀ। ਕਹਿਣ ਲੱਗੇ, ਜਦੋਂ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਨਾ, ਅਸੀਂ ਕਦੇ ਬੈਠ ਕੇ ਯਾਦ ਕਰਦੇ ਹਾਂ ਵੀ ਬਾਬਾ ਅਜੀਤ ਸਿੰਘ ਜੀ ਇੱਦਾਂ ਦੇ ਸਨ, ਬਾਬਾ ਜੁਝਾਰ ਸਿੰਘ ਜੀ ਇਹੋ ਜਿਹੇ ਸਨ, ਬਾਬਾ ਜੋਰਾਵਰ ਸਿੰਘ ਜੀ ਇੱਦਾਂ ਦੇ ਕੌਤਕ ਕਰਦੇ ਸਨ। ਗਿਆਨੀ ਜੀ ਕਹਿੰਦੇ, ਜਦੋਂ ਅਸੀਂ ਇੱਦਾਂ ਗੱਲਾਂ ਕਰਦੇ ਹਾਂ ਨਾ, ਬੈਠ ਕੇ ਯਾਦ ਕਰਦੇ ਹਾਂ, ਤੇ ਕਹਿੰਦੇ ਇੱਦਾਂ ਲਾਗੇ ਆ ਕੇ ਖੜੇ ਹੋ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਉਹਨਾਂ ਨੂੰ ਯਾਦ ਕੀਤਾ ਜਾਏਗਾ, ਹੁਣ ਤੁਸੀਂ ਸਾਰੇ ਇੱਥੇ ਬੈਠੇ ਯਾਦ ਕਰ ਰਹੇ ਆ ਆਪਾਂ ਉਹਨਾਂ ਨੂੰ, ਤੇ ਤੁਹਾਨੂੰ ਕੀ ਲੱਗਦਾ ਵੀ ਸਾਹਿਬਜ਼ਾਦੇ ਇਸ ਟਾਈਮ ਇੱਥੇ ਹਾਜ਼ਰ ਨਹੀਂ ਹੋਣਗੇ? ਪਰ ਦਿਸਣਗੇ ਉਹਨਾਂ ਨੂੰ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਗਿਆਨ ਦੀਆਂ ਅੱਖਾਂ ਬਖਸ਼ਿਸ਼ ਕਰ ਦਿੱਤੀਆਂ ਹੋਣਗੀਆਂ। ਸੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਪਰੀ ਮਾਰੇ, ਕਹਿੰਦੇ ਉਹ ਅੱਖਾਂ ਹੋਰ ਹਨ ਜਿਹੜੀਆਂ ਅੱਖਾਂ ਦੇ ਨਾਲ ਰੱਬ ਦੇ ਬੰਦਿਆਂ ਦੇ ਰੱਬ ਦੇ ਦਿਦਾਰੇ ਕੀਤੇ ਜਾ ਸਕਦੇ ਹਨ। ਇਸ ਕਰਕੇ ਅਨੁਭਵ ਕਰੋ ਸਾਰੇ ਜਾਣੇ। ਜੇ ਤੁਸੀਂ ਵੱਡੇ ਸਾਹਿਬਜ਼ਾਦਿਆਂ ਦਾ ਪ੍ਰਸੰਗ ਸੁਣਿਆ ਤਾਂ ਉਹ ਵੀ ਹਾਜ਼ਰ ਹੋਣਗੇ। ਜੇ ਅੱਜ ਆਪਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜ ਕੇ ਬੈਠਣ ਲੱਗੇ ਆ, ਤੇ ਉਹ ਵੀ ਇਸ ਟਾਈਮ ਇੱਥੇ ਹਾਜ਼ਰ ਹੀ ਨੇ। ਉਹਨਾਂ ਦੀ ਹਾਜ਼ਰੀ ਨੂੰ ਮਹਿਸੂਸ ਕਰੋ, ਆਪਣੇ ਅੱਖਾਂ ਸਾਹਮਣੇ ਉਹਨਾਂ ਦੇ ਚਿਹਰੇ ਲੈ ਕੇ ਆਓ। ਆਪਣੀ ਸੁਰਤ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਦੇ ਦੁਆਲੇ ਘੁਮਾਓ, ਸੁਰਤ ਆਪਣੀ ਉੱਥੇ ਲੈ ਕੇ ਜਾਓ। ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਤੇ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ, ਉਹਦੇ ਬਾਬਤ ਸਾਨੂੰ ਸਾਰਿਆਂ ਨੂੰ ਹੁਕਮ ਹੋਇਆ ਜਥੇ ਨੂੰ ਕਿ ਤੁਸੀਂ ਉੱਥੇ ਇਹ ਪ੍ਰਸੰਗ ਸ਼ੁਰੂ ਕਰਿਓ। ਤੇ ਮਹਾਂਪੁਰਸ਼ਾਂ ਨੇ ਕਿਹਾ ਸੀ ਵੀ ਸਰਸਾ ਤੋਂ ਕਿਵੇਂ ਪਰਿਵਾਰ ਵਿਛੜਦਾ ਹੈ, ਕਿਵੇਂ ਜਿਹੜੀਆਂ 6 ਰਾਤਾਂ ਨੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੇ ਕੱਟੀਆਂ ਨੇ। ਕਹਿੰਦੇ ਤੁਸੀਂ ਇਹ ਪ੍ਰਸੰਗ ਸੁਣਾ ਦਿਓ, ਜਿਹੜਾ ਸ਼ਹੀਦੀ ਦਾ ਪ੍ਰਸੰਗ ਹੈ ਸਾਹਿਬਜ਼ਾਦਿਆਂ ਦਾ, ਉਹ ਅਸੀਂ ਆਪ ਸੁਣਾਵਾਂਗੇ। ਭਾਵ ਪਰਸੋਂ ਨੂੰ ਬਾਬਾ ਜੀ ਆਪ ਸੁਣਾਉਣਗੇ। ਤੇ ਆਓ, ਮੇਰਾ ਵਿਚਾਰ, ਮੈਂ ਭਾਈ ਮਨਤੀਰ ਸਿੰਘ ਜੀ ਹੁਣਾਂ ਨਾਲ ਘਰੇ ਵੀ ਗੱਲ ਕਰਦਾ ਸੀ ਬੈਠਾ, ਵੀ ਥੋੜਾ ਜਿਹਾ ਪਿੱਛੋਂ ਸ਼ੁਰੂ ਕਰੀਏ ਆਪਾਂ। ਅੱਜ ਸਰਸਾ ਤੋਂ ਤਾਂ ਛੋਟੇ ਸਾਹਿਬਜ਼ਾਦੇ ਵਿਛੜ ਜਾਂਦੇ ਹਨ, ਵੱਡੇ ਵਿਛੜ ਜਾਂਦੇ ਹਨ। ਆਪਾਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਥੋੜਾ ਪਿੱਛੋਂ ਆਰੰਭ ਕਰੀਏ, ਲੜੀ ਬਣ ਸਕੇ ਸਾਰੀ। ਤੇ ਲੜੀ ਆਰੰਭ ਕਰਨ ਤੋਂ ਪਹਿਲਾਂ ਇੱਕ ਪੰਕਤੀ ਦੀ ਵਿਚਾਰ ਸਾਰੇ ਜਾਣੇ ਆਪਣੇ ਮਨ ਵਿੱਚ ਵਸਾ ਕੇ ਰੱਖਿਓ। ਜੇ ਯਾਦ ਹੋਇਆ ਤੇ ਨਾਲ ਬੋਲਿਓ ਵੀ ਜ਼ਰੂਰ। ਉਹ ਪੰਕਤੀ ਕੀ ਹੈ ਜੀ? ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਬੋਲਿਓ ਖਾਂ, ਤਾਂ ਦੁੱਖ ਨਾ ਜਾਣੀਏ। ਜੇ ਗੁਰੂ ਦੀ ਕਿਰਪਾ ਹੋ ਜਾਵੇ, ਜੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਤਾਂ ਆਇਆ ਹੋਇਆ ਦੁੱਖ ਸਿੱਖ ਮੰਨੇਗਾ ਨਹੀਂ। ਅੱਛਾ, ਇੱਥੇ ਹੁਣ ਇਹ ਨਹੀਂ ਲਿਖਿਆ ਵੀ ਜੇ ਗੁਰੂ ਦੀ ਕਿਰਪਾ ਹੋ ਜਾਏਗੀ, ਸਤਿਗੁਰੂ ਦਇਆਲ ਹੋ ਜਾਣਗੇ ਤਾਂ ਦੁੱਖ ਆਏਗਾ ਨਹੀਂ। ਇਹ ਵਹਿਮ ਸਾਰੇ ਆਪਾਂ ਬੈਠੇ ਇੱਥੋਂ ਆਪਣੇ ਮਨਾਂ ਵਿੱਚੋਂ ਕੱਢ ਕੇ ਘਰਾਂ ਨੂੰ ਚੱਲੀਏ ਵੀ ਰੱਬ ਦੇ ਰਾਹ ਤੇ ਤੁਰਿਆ ਹੋਇਆ, ਬੰਦਗੀ ਵਾਲੀ ਰਾਹ ਤੇ ਤੁਰਿਆ ਹੋਇਆ ਦੁੱਖ ਨਹੀਂ ਆਉਂਦਾ। ਯਾਦ ਰੱਖਿਓ, ਰੱਬ ਦੇ ਘਰ ਨੂੰ ਤੁਰਨ ਲੱਗਿਆ ਸਭ ਤੋਂ ਵੱਧ ਦੁੱਖ ਆਉਂਦੇ ਨੇ। ਸਭ ਤੋਂ ਜ਼ਿਆਦਾ ਰੁਕਾਵਟਾਂ ਧਰਮ ਦੇ ਮਾਰਗ ਤੇ ਚੱਲਦਿਆਂ ਨੂੰ ਆਉਂਦੀਆਂ ਹਨ। ਜੇ ਪ੍ਰਮਾਤਮਾ ਦੇ ਰਾਹ ਤੇ ਚੱਲਦਿਆਂ ਦੁੱਖ ਨਹੀਂ ਆਉਂਦਾ ਤਾਂ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਬੈਠੇ ਆ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਰੇ ਪਰਿਵਾਰ ਦੀ ਯਾਦ ਵਿੱਚ ਬੈਠੇ ਆ। ਜਿੰਨੇ ਦੁੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਤੇ ਆਏ, ਇੰਨੇ ਕਿਸੇ ਤੇ ਆਉਣੇ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਸਾਡੇ ਸਤਿਗੁਰਾਂ ਦੇ, ਜੇ ਸਾਡੇ ਰਹਿਬਰਾਂ ਦੇ ਪਰਿਵਾਰ ਨੂੰ, ਸਾਡੇ ਗੁਰੂ ਸਾਹਿਬਾਨ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈ ਗਿਆ, ਤੇ ਸਿੱਖ ਕਿਵੇਂ ਕਹਿ ਸਕਦਾ ਮੈਨੂੰ ਦੁੱਖ ਨਹੀਂ ਚਾਹੀਦਾ? ਅਸੀਂ ਕਿਵੇਂ ਕਹਿ ਸਕਦੇ ਅਸੀਂ ਦੁੱਖਾਂ ਤੋਂ ਬਚ ਸਕਦੇ ਹਾਂ? ਗੁਰਬਾਣੀ ਦੀ ਇੱਕ ਪੰਕਤੀ ਹੈ, ਕੇਤਿਆਂ ਦੁੱਖ ਭੂਖ ਸਾਧ ਮਾਰ, ਇਹ ਬੇਦਾਤ ਤੇਰੀ ਦਾਤਾਰ। ਜੇ ਖੁਸ਼ੀਆਂ, ਜੇ ਸੁੱਖ, ਜੇ ਐਸ਼ ਉਸ ਪ੍ਰਮਾਤਮਾ ਦੀਆਂ ਦਾਤਾਂ ਹਨ, ਤਾਂ ਦੁੱਖ ਭੁੱਖ ਵੀ ਉਸੇ ਪ੍ਰਮਾਤਮਾ ਦੀ ਦਾਤ ਹੈ।
ਮਹਾਰਾਜ ਦੀ ਬਾਣੀ ਦਾ ਬਚਨ ਹੈ, ਸੁਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ। ਮਹਾਰਾਜ ਕਹਿੰਦੇ ਨੇ ਇਹ ਤਾਂ ਜਿਵੇਂ ਆਪਾਂ ਕੱਪੜਾ ਲਾ ਕੇ ਚੇਂਜ ਕਰ ਦਿੰਦੇ, ਬਦਲ ਦਿੰਦੇ ਆ ਨਾ ਜੀ, ਸੁੱਖ ਤੇ ਦੁੱਖ ਬੰਦੇ ਦੇ ਕੱਪੜੇ ਹਨ। ਕਦੇ ਦੁੱਖ ਆ ਗਿਆ ਤੇ ਕਦੇ ਸੁੱਖ ਆ ਗਿਆ। ਯਾਦ ਰੱਖਿਓ, ਜੇ ਸੁੱਖ ਹੈ ਤਾਂ ਦੁੱਖ ਲਾਜ਼ਮੀ ਆਏਗਾ, ਜੇ ਦਿਨ ਹੈ ਤਾਂ ਰਾਤ ਲਾਜ਼ਮੀ ਆਏਗੀ, ਜੇ ਜੀਵਨ ਹੈ ਤਾਂ ਮੌਤ ਵੀ ਨਾਲ ਹੀ ਹੈ। ਹਰ ਚੀਜ਼ ਦਾ ਪ੍ਰਮਾਤਮਾ ਨੇ ਜੋੜਾ ਬਣਾਇਆ, ਬੈਲੈਂਸ ਬਣਾ ਕੇ ਰੱਖਿਆ। ਦੁੱਖ ਸੁੱਖ ਤਾਂ ਜਾਂਦੇ ਆਉਂਦੇ ਰਹਿੰਦੇ ਹਨ, ਪਰ ਪੜ੍ਹਿਓ ਸਾਰੇ ਪਹਿਲੇ ਹਿੱਸੇ ਦਾਸ ਬੋਲੇਗਾ, ਫਿਰ ਸਾਰੇ ਭਾਈ ਬੋਲਿਓ, ਤੇ ਫਿਰ ਤੀਜੇ ਹਿੱਸੇ ਸਾਰੀਆਂ ਬੀਬੀਆਂ ਵੀ ਗੱਜ ਵੱਜ ਕੇ ਧਾਰਨਾ 'ਚ ਬੋਲਿਓ ਜੀ। ਕਦੇ ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਕਦੇ ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਕਦੇ ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਚੇਤਨਾ ਡੁਲਾਈਏ ਜੀ, ਵਾਹ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਕਦੇ ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ। ਕਦੇ ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਕਦੇ ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਚੇਤਨਾ ਡੁਲਾਈਏ ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਚੇਤਨਾ ਡੁਲਾਈਏ ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਜਾਂਦੇ ਆਉਂਦੇ ਰਹਿੰਦੇ। ਜਾਂਦੇ ਆਉਂਦੇ ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਜਾਂਦੇ ਆਉਂਦੇ ਰਹਿੰਦੇ। ਜਾਂਦੇ ਆਉਂਦੇ ਰਹਿੰਦੇ। ਜਾਂਦੇ ਆਉਂਦੇ ਰਹਿੰਦੇ। ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਸਾਰੇ ਬੋਲੋ ਵਾਹ। ਜਾਂਦੇ ਆਉਂਦੇ ਰਹਿੰਦੇ। ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਜਾਂਦੇ ਆਉਂਦੇ ਹਾਂ ਜਾਂਦੇ ਆਉਂਦੇ ਰਹਿੰਦੇ। ਜਾਂਦੇ ਆਉਂਦੇ ਰਹਿੰਦੇ। ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਜਾਂਦੇ ਆਉਂਦੇ ਰਹਿੰਦੇ। ਜਾਂਦੇ ਆਉਂਦੇ ਰਹਿੰਦੇ। ਆਉਂਦੇ ਰਹਿੰਦੇ। ਜਾਂਦੇ ਆਉਂਦੇ ਰਹਿੰਦੇ। ਕਦੇ ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ। ਕਦੇ ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਕਦੇ ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਕਦੇ ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਚੇਤਨਾ ਡੁਲਾਈਏ ਜੀ, ਦੁੱਖ ਸੁੱਖ ਜਾਂਦੇ ਆਉਂਦੇ ਰਹਿੰਦੇ। ਚੇਤਿਆਂ ਦੁਖ ਭੂਖ ਸਾਧ ਮਾਰ, ਇਹ ਭੇਦਾਤ ਤੇਰੀ ਦਾਤਾਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ, ਤੁਸੀਂ ਸਾਰਿਆਂ ਨੇ ਸਰਵਣ ਕੀਤਾ ਹੋਏਗਾ, 6 ਪੋਹ ਦੀ ਅੱਧੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਕਿਲ੍ਹਾ ਛੱਡਣ ਦਾ ਕਾਰਨ ਕੀ ਸੀ ਸੱਚੇ ਪਾਤਸ਼ਾਹ ਜੀ ਦਾ? ਇਤਿਹਾਸ ਤੁਸੀਂ ਸਾਰਿਆਂ ਨੇ ਸਰਵਣ ਕੀਤਾ ਹੋਏਗਾ। ਪਹਾੜੀ ਰਾਜਿਆਂ ਨੇ, ਮੁਗਲ ਫੌਜਾਂ ਨੇ ਤਕਰੀਬਨ 7-8 ਮਹੀਨੇ ਦਾ ਘੇਰਾ ਪਾ ਕੇ ਰੱਖਿਆ ਆਨੰਦਪੁਰ ਸਾਹਿਬ ਨੂੰ।
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਫੜਨਾ ਚਾਹੁੰਦੇ ਸਨ ਤੇ ਸਭ ਤੋਂ ਵੱਧ ਜ਼ੋਰ ਲੱਗਾ ਹੋਇਆ ਸੀ ਜੀ ਪਹਾੜੀ ਰਾਜਿਆਂ ਦਾ। ਜਿਨ੍ਹਾਂ ਪਹਾੜੀ ਰਾਜਿਆਂ ਦੇ ਕਦੇ ਬਾਪ ਦਾਦਿਆਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਚੋਂ ਛੁਡਾਇਆ ਸੀ। ਜਦੋਂ ਮਹਾਰਾਜ ਨੇ 52 ਰਾਜੇ ਰਿਹਾ ਕਰਵਾਏ ਹਨ, ਉਹ ਇਹਨਾਂ ਪਹਾੜੀ ਰਾਜਿਆਂ ਦੇ ਦਾਦੇ ਪੜਦਾਦੇ ਸਨ। ਪਰ ਖਤਰਾ ਕੀ ਪੈਦਾ ਹੋ ਗਿਆ, ਔਰੰਗਜ਼ੇਬ ਬਾਦਸ਼ਾਹ ਨੂੰ ਜਾ ਜਾ ਕੇ ਚੁਗਲੀਆਂ ਕੀਤੀਆਂ, ਚਿੱਠੀਆਂ ਲਿਖੀਆਂ ਗਈਆਂ ਵੀ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਫੌਜ ਖੜੀ ਕਰ ਰਹੇ ਨੇ, ਨਗਾਰਾ ਵਜਾ ਰਹੇ ਹਨ, ਸ਼ਿਕਾਰ ਖੇਡਦੇ ਨੇ, ਕੋਈ ਸਮਾਂ ਆਏਗਾ ਔਰੰਗਜ਼ੇਬ ਬਾਦਸ਼ਾਹ ਨੂੰ ਚਿੱਠੀਆਂ ਲਿਖੀਆਂ, ਤੇਰੇ ਤਖਤ ਨੂੰ ਇਹਨਾਂ ਨੇ ਹੱਥ ਪਾ ਲੈਣਾ ਹੈ। ਤੇ ਯਾਦ ਰੱਖਿਓ, ਆਪਾਂ ਨਾਲ ਨਾਲ ਅਜੋਕੇ ਸਮੇਂ ਦੀ ਵਿਚਾਰ ਵੀ ਕਰੀਏ। ਕੋਈ ਇਤਰਾਜ਼ ਨਾ ਇਸ ਗੱਲ ਦਾ ਕਰੇ, ਜਿਹੜੀ ਗੱਲ ਸੱਚੀ ਉਹ ਕਹਿ ਦੇਣੀ ਚਾਹੀਦੀ ਹੈ। ਜੇ ਉਹਨਾਂ ਸਮਿਆਂ ਵਿੱਚ ਚਿੱਠੀਆਂ ਲਿਖ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਫੌਜ ਚੜਵਾ ਕੇ ਲਿਆਂਦੀ ਨਾ ਕਹਿ ਕੇ, ਤੇ ਉਹੀ ਸਮਾਂ ਸਾਡੇ ਤੇ 84 ਵਿੱਚ ਵੀ ਵਾਪਰਿਆ। ਚਿੱਠੀਆਂ ਸਾਡਿਆਂ ਨੇ ਲਿਖੀਆਂ ਸੀ ਉਦੋਂ ਵੀ। ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖ ਕੇ ਸਾਡਿਆਂ ਨੇ ਕਿਹਾ ਸੀਗਾ ਵੀ ਜੇ ਬਾਬੇ ਜਰਨੈਲ ਸਿੰਘ ਨੂੰ ਨਾ ਤੂੰ ਫੜਿਆ, ਸੰਤ ਗਿਆਨੀ ਜਰਨੈਲ ਸਿੰਘ ਤੇ ਜੇ ਨਾ ਕਾਬੂ ਕੀਤਾ ਤਾਂ ਤੇਰੇ ਤਖਤ ਨੂੰ ਹੱਥ ਪਾ ਸਕਦਾ ਇਹ। ਉਹ ਵੀ ਸਾਡੇ ਆਪਣੇ ਸਨ। ਤੇ ਯਾਦ ਰੱਖਿਓ, ਕਿਸੇ ਸਿਆਣੇ ਦੀ ਕਹਾਵਤ ਹੈ, ਕਹਿੰਦੇ ਸਿੱਖ ਨੂੰ ਸਿੱਖ ਨਾ ਮਾਰੇ ਤੇ ਸਿੱਖ ਕੌਮ ਕਦੇ ਵੀ ਨਾ ਹਾਰੇ। ਅਸੀਂ ਮਾਰੇ ਉਦੋਂ ਜਾਂਦੇ ਜਦੋਂ ਸਾਡੇ ਆਪਣੇ ਗਦਾਰੀ ਕਰਦੇ ਹਨ। ਜਿੰਨੀਆਂ ਜੰਗਾਂ ਦੇ ਵਿੱਚ ਸਿੱਖਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਨੁਕਸਾਨ ਹੋਇਆ, ਉਹ ਸਾਡੇ ਆਪਣਿਆਂ ਕਰਕੇ ਹੋਇਆ। ਇਸੇ ਕਰਕੇ ਕਿਹਾ ਜਾਂਦਾ ਵੀ ਆਪਣਿਆਂ ਤੋਂ ਬਚੋ, ਹੋਰ ਕੋਈ ਕਾਰਨ ਨਹੀਂ। ਕਿਉਂਕਿ ਜਿੰਨਾ ਭੇਦ ਤੁਹਾਡਾ ਤੁਹਾਡੇ ਆਪਣਿਆਂ ਨੂੰ ਹੈ, ਇੰਨਾ ਬਗਾਨੇ ਨੂੰ ਨਹੀਂ ਹੈ। ਰਾਵਣ ਨੂੰ ਕਦੇ ਭਗਵਾਨ ਰਾਮਚੰਦਰ ਜੀ ਮਾਰ ਨਹੀਂ ਸੀ ਸਕਦੇ ਜੇ ਰਾਵਣ ਦਾ ਭਰਾ ਵਿਭੀਸ਼ਣ ਉਹਦਾ ਭੇਦ ਨਾ ਦੱਸਦਾ। ਜਦੋਂ ਭੇਦ ਉਹਦਾ ਖੁੱਲ੍ਹ ਗਿਆ ਤੇ ਭਗਵਾਨ ਰਾਮਚੰਦਰ ਜੀ ਨੇ ਰਾਵਣ ਨੂੰ ਹਰਾ ਲਿਆ, ਮਾਰ ਦਿੱਤਾ। ਉੱਥੋਂ ਇਹ ਕਹਾਵਤ ਚੱਲੀ ਹੈ ਨਾ ਜੀ, ਘਰ ਦਾ ਭੇਤੀ ਲੰਕਾ ਢਾਹੇ। ਸਾਡਿਆਂ ਨੇ ਉਦੋਂ 84 ਵਿੱਚ ਗਦਾਰੀਆਂ ਕਰ ਕਰਕੇ ਚਿੱਠੀਆਂ ਲਿਖ ਕੇ ਫੌਜ ਚੜਵਾ ਕੇ ਲਿਆਂਦੀ, ਤੇ ਪਹਾੜੀ ਰਾਜਿਆਂ ਨੇ ਵੀ ਇਹੀ ਕੰਮ ਕੀਤਾ। ਜਦੋਂ 7-8 ਮਹੀਨੇ ਦਾ ਘੇਰਾ ਪੈ ਗਿਆ, ਨਹੀਂ ਮਹਾਰਾਜ ਨੇ ਕਿਲ੍ਹਾ ਛੱਡਿਆ, ਅਨੰਦਪੁਰ ਸਾਹਿਬ ਖਾਲੀ ਨਹੀਂ ਕੀਤਾ। ਤੇ ਆਪਾਂ ਜਾਣਦੇ ਹਾਂ ਸਾਰੇ ਵੀ ਇਹਨਾਂ ਨੇ ਫਿਰ ਗਊ ਦੀਆਂ ਕਸਮਾਂ ਖਾ ਕੇ, ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ। ਉਹ ਭਿਆਨਕ ਸਮਾਂ ਵੀ ਆਇਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਸਿੰਘਾਂ ਨੇ ਦਰਖਤਾਂ ਦੇ ਪੱਤੇ ਲਾ ਕੇ, ਛੱਕ ਲਾ ਕੇ, ਉਬਾਲ ਕੇ ਖਾ ਕੇ ਵੀ ਗੁਜ਼ਾਰਾ ਕੀਤਾ। ਜਿਹੜਿਆਂ ਲੰਗਰਾਂ ਵਿੱਚ ਕਿਸੇ ਸਮੇਂ 36 ਪ੍ਰਕਾਰ ਦੇ ਪਦਾਰਥ ਬਣਦੇ ਹੁੰਦੇ ਸਨ, ਉਹਨਾਂ ਲੰਗਰਾਂ ਵਿੱਚ ਕਿਸੇ ਸਮੇਂ ਸਿੰਘਾਂ ਨੇ ਫਿਰ ਪੱਤੇ ਉਬਾਲ ਕੇ, ਸੱਕ ਲਾ ਕੇ, ਉਬਾਲ ਕੇ ਖਾ ਕੇ ਵੀ, ਇਤਿਹਾਸ ਕਹਿੰਦਾ ਆਪਣੇ ਪੱਟਾਂ ਦਾ ਮਾਸ ਕੱਢ ਕੇ ਖਾ ਕੇ ਵੀ ਗੁਜ਼ਾਰਾ ਕੀਤਾ। ਇਹੋ ਜਿਹਾ ਸਮਾਂ ਵੀ ਆਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਇਹਨਾਂ ਨੇ ਸਹੁੰ ਖਾ ਕੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਸਹੁੰ ਖਾਂਦੇ ਹਾਂ ਆਪਣੇ ਧਰਮ ਦੀ, ਪਤਾ ਸੀ ਮਹਾਰਾਜ ਨੂੰ ਇਹਨਾਂ ਨੇ ਕਸਮਾਂ ਤੋੜ ਦੇਣੀਆਂ, ਪਰ ਮਹਾਰਾਜ ਕਹਿਣ ਲੱਗੇ ਹੁਣ ਇਹਨਾਂ ਨੇ ਧਰਮ ਦੀ ਸਹੁੰ ਚੁੱਕੀ ਹੈ, ਜੇ ਅਸੀਂ ਯਕੀਨ ਅੱਜ ਨਾ ਕੀਤਾ ਲੋਕਾਂ ਦਾ ਧਰਮ ਤੋਂ ਯਕੀਨ ਉੱਠ ਜਾਏਗਾ। ਕਿਸੇ ਧਰਮੀ ਤੇ ਕੋਈ ਯਕੀਨ ਨਹੀਂ ਫਿਰ ਕਰਿਆ ਕਰੇਗਾ। 6 ਪੋਹ ਦੀ ਅੱਧੀ ਰਾਤ ਨੂੰ ਕਿਲ੍ਹਾ ਛੱਡਣ ਤੋਂ ਪਹਿਲਾਂ ਇਤਿਹਾਸ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ 4 ਸਾਹਿਬਜ਼ਾਦੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ, ਇਸ ਗੱਲ ਤੋਂ ਤੁਸੀਂ ਜਾਣੂ ਹੋਵੋਗੇ ਸਾਰੇ ਜਾਣੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 3 ਮਹਿਲ ਸਨ। ਇੱਕ ਸੀ ਮਾਤਾ ਜੀਤੋ ਜੀ, ਇੱਕ ਸਨ ਮਾਤਾ ਸਾਹਿਬ ਕੌਰ ਜੀ, ਤੇ ਤੀਜੇ ਸਨ ਮਾਤਾ ਸੁੰਦਰ ਕੌਰ ਜੀ। ਤੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਪਹਿਲਾਂ, ਸਰਸਾ ਦਾ ਵਿਛੋੜਾ ਪੈਣ ਤੋਂ ਪਹਿਲਾਂ ਮਾਤਾ ਜੀਤੋ ਜੀ ਚੜ੍ਹਾਈ ਕਰ ਚੁੱਕੇ ਸਨ। ਤੇ ਚੜ੍ਹਾਈ ਕਰਨ ਦਾ ਕਾਰਨ ਬਹੁਤ ਵੱਡਾ ਸੀ ਜੀ। ਮਾਤਾ ਜੀਤੋ ਜੀ ਚੜ੍ਹਾਈ ਇਸ ਕਰਕੇ ਕਰ ਗਏ, ਇੱਕ ਦਿਨ ਸੁੱਤੇ ਪਿਆ ਨੂੰ ਸੁਪਨਾ ਆਇਆ ਮਾਤਾ ਜੀਤੋ ਨੂੰ। ਸੁਪਨਾ ਕੀ ਆਇਆ ਵੀ ਅਨੰਦਪੁਰ ਸਾਹਿਬ ਦਾ ਕਿਲ੍ਹਾ, ਅਨੰਦਪੁਰ ਸ਼ਹਿਰ ਸਾਰਾ ਉੱਜੜ ਗਿਆ। ਕਿਸੇ ਦਰਿਆ ਦੇ ਕੰਢੇ ਤੇ ਜਾ ਕੇ ਸਾਰਾ ਪਰਿਵਾਰ ਵਿਛੜ ਜਾਂਦਾ ਹੈ। ਵੱਡੇ ਸਾਹਿਬਜ਼ਾਦੇ ਇੱਕ ਪਾਸੇ ਹੋ ਜਾਂਦੇ ਨੇ, ਛੋਟੇ ਇੱਕ ਪਾਸੇ ਹੋ ਜਾਂਦੇ ਨੇ, ਸਾਰਾ ਪਰਿਵਾਰ ਖੇਰੂ ਹੋ ਜਾਂਦਾ ਹੈ।
ਇਹ ਸੁਪਨਾ ਸਾਰਾ ਮਾਤਾ ਜੀਤੋ ਜੀ ਨੇ ਪਹਿਲਾਂ ਵੇਖਿਆ। ਅੱਛਾ ਜੀ, ਸਵੇਰ ਦਾ ਸਮਾਂ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ। ਜਿਵੇਂ ਆਪਾਂ ਸਾਰੇ ਬੈਠੇ ਆ ਇੱਦਾਂ ਹੀ ਸਾਰੇ ਬੈਠੇ ਸੀ, ਇੱਦਾਂ ਹੀ ਗੁਰੂ ਸਾਹਿਬ ਜੀ ਬੈਠੇ ਸੀ। ਮਾਤਾ ਜੀਤੋ ਜੀ ਆਏ, ਨਮਸਕਾਰ ਕੀਤੀ, ਕਰਕੇ ਬਹਿ ਗਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਛਦੇ ਆ, ਕਹਿੰਦੇ ਜੀਤਾਂ ਅੱਜ ਤੇਰੇ ਚਿਹਰੇ ਤੇ ਉਦਾਸੀ ਕਾਹਤੋਂ ਹੈ? ਤੇਰਾ ਚਿਹਰਾ ਉਤਰਿਆ ਕਾਹਤੋਂ ਹੈ? ਧਿਆਨ ਰੱਖਿਓ, ਇਹ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ। ਮਾਤਾ ਜੀਤੋ ਜੀ ਨੇ ਹੱਥ ਜੋੜ ਲਏ, ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਰਾਤ ਮੈਨੂੰ ਸੁਪਨਾ ਬਹੁਤ ਭੈੜਾ ਆਇਆ। ਮਹਾਰਾਜ ਕਹਿੰਦੇ, ਜੀਤਾਂ ਕੀ ਸੁਪਨਾ ਆਇਆ? ਸੱਚੇ ਪਾਤਸ਼ਾਹ ਸੁਪਨਾ ਮੈਨੂੰ ਇਹ ਆਇਆ, ਮੈਂ ਆਨੰਦਪੁਰ ਸ਼ਹਿਰ ਉੱਜੜਦਾ ਵੇਖਿਆ ਸੁਪਨੇ ਦੇ ਵਿੱਚ। ਮਹਾਰਾਜ ਕਹਿੰਦੇ, ਅੱਛਾ ਹੋਰ ਕੀ ਵੇਖਿਆ? ਸੱਚੇ ਪਾਤਸ਼ਾਹ ਮੈਂ ਸਰਸਾ ਦੇ ਕੰਢੇ ਤੇ ਪਰਿਵਾਰ ਵਿਛੜਦਾ ਦੇਖਿਆ। ਅੱਛਾ ਜੀਤਾਂ ਹੋਰ ਕੀ ਵੇਖਿਆ? ਸੱਚੇ ਪਾਤਸ਼ਾਹ ਮੈਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਵੇਖੇ, ਮੈਂ ਤੁਹਾਨੂੰ ਜਕਾਰੇ ਲਾਉਂਦਿਆਂ ਨੂੰ ਵੇਖਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬਜ਼ਾਦੇ ਵੱਡੇ ਸ਼ਹੀਦ ਹੋਏ, ਤੁਸੀਂ ਜਕਾਰੇ ਲਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ ਆ, ਕਹਿੰਦੇ ਜੀਤਾਂ ਵੱਡੇ ਸਾਹਿਬਜ਼ਾਦੇ ਤਾਂ ਵੇਖ ਲੈ, ਛੋਟੇ ਨਹੀਂ ਵੇਖੇ, ਛੋਟਿਆਂ ਨਾਲ ਕੀ ਬੀਤੀ? ਮਾਤਾ ਜੀਤੋ ਨੇ ਜਦੋਂ ਇੰਨੀ ਗੱਲ ਸੁਣੀ, ਅੱਖਾਂ ਵਿੱਚ ਪਾਣੀ ਆ ਗਿਆ। ਅੱਖਾਂ ਵਿੱਚ ਪਾਣੀ ਆਇਆ ਤੇ ਮਾਤਾ ਜੀਤੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਦਾਂ ਕਹਿੰਦੇ ਨੇ, ਜੀ ਜੋਰਾਵਰ ਤੇ ਫਤਿਹ ਸਿੰਘ ਦੋਵੇਂ ਮੈਂ ਨੀਹਾਂ ਵਿੱਚ ਖੜੇ ਦੇਖੇ ਸੀ। ਫਤਿਹ ਸਿੰਘ ਦੋਵੇਂ ਨੀਹਾਂ ਵਿੱਚ ਖੜੇ ਦੇਖੇ ਸੀ। ਖੜੇ ਵੇਖੇ ਜੀ, ਜੋਰਾਵਰ ਤੇ ਫਤਿਹ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਤਾ ਜੀਤੋ ਜੀ ਕਹਿੰਦੇ ਨੇ, ਮਹਾਰਾਜ ਛੋਟਿਆਂ ਨੂੰ ਮੈਂ ਨੀਹਾਂ ਵਿੱਚ ਖੜਿਆਂ ਨੂੰ ਸ਼ਹੀਦ ਹੁੰਦਿਆਂ ਵੇਖਿਆ। ਤੇ ਮਾਤਾ ਜੀਤੋ ਜੀ ਪੁੱਛਦੇ ਐ, ਸੱਚੇ ਪਾਤਸ਼ਾਹ ਜਿਹੜਾ ਸੁਪਨਾ ਰਾਤ ਮੈਂ ਵੇਖਿਆ ਕੀ ਇਹ ਸੱਚ ਹੋਵੇਗਾ, ਇਦਾਂ ਹੀ ਹੋਏਗੀ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਹਾਂ ਜੀਤਾ, ਜੋ ਤੂੰ ਵੇਖਿਆ ਕੱਲੀ ਕੱਲੀ ਗੱਲ ਇਦਾਂ ਹੀ ਸੱਚ ਹੋਏਗੀ। ਆਨੰਦਪੁਰ ਦਾ ਕਿਲਾ ਵੀ ਛੱਡਾਂਗੇ, ਸਰਸਾ ਤੇ ਵਿਛੋੜਾ ਵੀ ਪਏਗਾ, ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਵੀ ਹੋਣਗੇ, ਛੋਟੇ ਸਰਹੰਦ ਵਿੱਚ ਵੀ ਸ਼ਹੀਦ ਹੋਣਗੇ। ਜਦੋਂ ਮਹਾਰਾਜ ਨੇ ਇਹ ਬਚਨ ਕੀਤਾ ਤੇ ਮਾਤਾ ਜੀਤੋ ਜੀ ਨੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜੇ ਸਾਰਾ ਕੁਝ ਇਦਾਂ ਦਾ ਇਦਾਂ ਹੀ ਵਾਪਰੇਗਾ, ਜੇ ਮੇਰਾ ਸੁਪਨਾ ਸੱਚ ਹੋਣਾ ਹੈ ਤਾਂ ਕਿਰਪਾ ਕਰੋ, ਮੈਂ ਆਪਣੀ ਅੱਖੀਂ ਸਾਰਾ ਕੁਝ ਹੁੰਦਾ ਵੇਖ ਨਹੀਂ ਸਕਦੀ, ਮੈਨੂੰ ਆਗਿਆ ਦਿਓ, ਮੈਂ ਸੱਚਖੰਡ ਨੂੰ ਜਾਣਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਸੰਸਾਰ ਵਿੱਚ ਨਹੀਂ ਰਹਿਣਾ ਚਾਹੁੰਦੀ। ਮਾਤਾ ਜੀਤੋ ਜੀ ਦੇ ਸੰਸਾਰ ਤੋਂ ਚੜ੍ਹਾਈ ਕਰਨ ਦਾ ਇਹ ਕਾਰਨ ਸੀ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਮਾਤਾ ਜੀਤੋ ਜੀ ਇਸ ਕਰਕੇ ਚੜ੍ਹਾਈ ਕਰ ਗਏ। ਤੇ ਯਾਦ ਰੱਖਿਓ ਗੱਲ ਇੱਕ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 3 ਮਹਿਲਾਂ ਦੇ ਵਿੱਚੋਂ ਜਿਹੜੇ ਵੱਡੇ ਸਾਹਿਬਜ਼ਾਦੇ ਸਨ ਬਾਬਾ ਅਜੀਤ ਸਿੰਘ ਜੀ, ਇਹਨਾਂ ਦਾ ਜਨਮ ਹੋਇਆ ਜੀ ਮਾਤਾ ਸੁੰਦਰ ਕੌਰ ਦੇ ਕੁੱਖੋਂ। ਮਾਤਾ ਸੁੰਦਰ ਕੌਰ ਜੀ ਦਾ ਇੱਕੋ ਸਾਹਿਬਜ਼ਾਦਾ ਸੀ ਬਾਬਾ ਅਜੀਤ ਸਿੰਘ। ਜਿਹੜੇ ਬਾਕੀ ਦੇ 3 ਸਾਹਿਬਜ਼ਾਦੇ ਸਨ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਇਹ ਤਿੰਨਾਂ ਸਾਹਿਬਜ਼ਾਦਿਆਂ ਨੇ ਮਾਤਾ ਜੀਤੋ ਦੇ ਕੁੱਖੋਂ ਜਨਮ ਲਿਆ। ਤੇ ਜਦੋਂ ਮਾਤਾ ਜੀਤੋ ਜੀ ਚੜ੍ਹਾਈ ਕਰਨ ਲੱਗੇ ਸਨ, ਚੜ੍ਹਾਈ ਕੀਤੇ ਨੇ, ਸੰਸਾਰ ਤੋਂ ਗਏ ਨੇ, ਉਸ ਸਮੇਂ ਬਾਬਾ ਫਤਿਹ ਸਿੰਘ ਸਭ ਤੋਂ ਛੋਟੇ ਸਾਹਿਬਜ਼ਾਦੇ ਦੀ ਉਮਰ ਪੌਣੇ 2 ਸਾਲ ਦੀ ਸੀ। ਜਦੋਂ ਮਾਤਾ ਜੀਤੋ ਚੜ੍ਹਾਈ ਕੀਤੀ ਹੈ ਉਦੋਂ ਪੌਣੇ 2 ਸਾਲ ਦੀ ਉਮਰ ਸੀ ਬਾਬਾ ਫਤਿਹ ਸਿੰਘ ਜੀ ਦੀ। ਤੇ ਜਾਣ ਤੋਂ ਪਹਿਲਾਂ ਬਾਬੇ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਦੀ ਬਾਂਹ ਮਾਤਾ ਜੀਤੋ ਜੀ ਨੇ ਆਪ ਫੜਾਈ ਸੀ ਮਾਤਾ ਗੁਜਰ ਕੌਰ ਨੂੰ। ਮਾਤਾ ਜੀ, ਮੇਰੇ ਜਾਣ ਤੋਂ ਬਾਅਦ ਵਿੱਚ ਮੇਰੇ ਬੱਚਿਆਂ ਦਾ ਖਿਆਲ ਤੁਸੀਂ ਰੱਖਣਾ ਹੈ। ਤੇ ਮਾਤਾ ਗੁਜਰ ਕੌਰ ਜੀ ਨੇ ਫਿਰ ਉਸ ਦਿਨ ਤੋਂ, ਜਦੋਂ ਤੋਂ ਮਾਤਾ ਜੀਤੋ ਜੀ ਚੜ੍ਹਾਈ ਕੀਤੇ ਹਨ, ਉਸ ਦਿਨ ਤੋਂ ਲੈ ਕੇ ਸ਼ਹੀਦ ਹੋਣ ਦੇ ਸਮੇਂ ਤੱਕ ਮਾਤਾ ਗੁਜਰ ਕੌਰ ਨੇ ਦੋਵਾਂ ਸਾਹਿਬਜ਼ਾਦਿਆਂ ਦਾ ਵਸਾਹ ਨਹੀਂ ਸੀ ਕਦੇ ਕੀਤਾ। ਇੰਨੀ ਪ੍ਰਵਾਹ ਕਰਦੇ ਸਨ ਮਾਤਾ ਗੁਜਰ ਕੌਰ ਜੀ। ਇਤਿਹਾਸ ਦੀ ਛੋਟੀ ਜਿਹੀ ਘਟਨਾ ਇੱਕ ਯਾਦ ਆ ਗਈ। ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ, ਆਨੰਦਪੁਰ ਸ਼ਹਿਰ ਹੈ ਜੀ ਜਿੱਥੇ ਆਪਾਂ ਜਾ ਕੇ ਮੱਥਾ ਟੇਕਦੇ, ਉਹਨੂੰ ਕੇਸਗੜ੍ਹ ਸਾਹਿਬ ਕਹਿੰਦੇ ਹੈ। ਇੱਥੇ ਮਹਾਰਾਜ ਨੇ 5 ਕਿਲੇ ਬਣਵਾਏ ਸਨ। ਇੱਕ ਦਿਨ ਮੀਂਹ ਪਿਆ ਹੋਇਆ ਸੀ ਤੇ ਕਿਲੇ ਦੀ ਕੰਧ ਦੇ ਲਾਗੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਖੇਡਦੇ ਸੀ ਬੈਠੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਾਨ ਸਿੰਘ ਤੇ ਇਤਿਹਾਸ ਕਹਿੰਦਾ ਭਾਈ ਚੌਪਾ ਸਿੰਘ, 2 ਸਿੰਘਾਂ ਦੀ ਡਿਊਟੀ ਲਾਈ ਹੋਈ ਸੀ ਇਹਨਾਂ ਨੂੰ ਖਿਡਾਉਣ ਦੀ, ਸੇਵਾ ਦੇ ਵਿੱਚ ਰਹਿਣ ਦੀ। ਮੀਂਹ ਪਿਆ ਸੀ, ਕਿਲੇ ਦੀ ਕੰਧ ਸੀ ਗਿੱਲੀ, ਜੇ ਦੋਵੇਂ ਛੋਟੇ ਸਾਹਿਬਜ਼ਾਦੇ ਕੰਧ ਕੋ ਜਾ ਕੇ ਖੇਡਣ ਲੱਗ ਪਏ ਜੀ। ਇੰਨੇ ਨੂੰ ਮਾਤਾ ਗੁਜਰ ਕੌਰ ਜੀ ਨੇ ਵੇਖਿਆ। ਜਦੋਂ ਵੇਖਿਆ ਤੇ ਭਾਈ ਮਾਨ ਸਿੰਘ ਨੂੰ ਸੱਦ ਕੇ, ਭਾਈ ਚੌਪਾ ਸਿੰਘ ਨੂੰ ਸੱਦ ਕੇ ਮਾਤਾ ਜੀ ਗੁੱਸੇ ਹੋਏ, ਕਹਿਣ ਲੱਗੇ ਵੇਖੋ ਕੰਧ ਹੈ ਗਿੱਲੀ, ਛੋਟੇ ਛੋਟੇ ਬੱਚੇ ਲਾਗੇ ਬੈਠੇ ਖੇਡਦੇ ਨੇ, ਜੇ ਕੰਧ ਡਿੱਗ ਪਈ ਨੁਕਸਾਨ ਹੋਏਗਾ ਬੱਚਿਆਂ ਦਾ, ਇਹਨਾਂ ਦਾ ਖਿਆਲ ਰੱਖਿਆ ਕਰ। ਤੇ ਭਾਈ ਮਾਨ ਸਿੰਘ ਨੇ ਹੱਥ ਜੋੜੇ ਮਹਾਰਾਜ ਤੇ ਮਾਤਾ ਗੁਜਰ ਜੀ ਦੇ ਸਾਹਮਣੇ, ਮਾਤਾ ਜੀ ਮਾਫ ਕਰ ਦਿਓ, ਅੱਗੇ ਤੋਂ ਖਿਆਲ ਰੱਖਾਂਗਾ ਮੈਂ। ਥੋੜੇ ਦਿਨ ਲੰਘੇ ਤਾਂ ਸਾਹਿਬਜ਼ਾਦੇ ਫੇਰ ਖੇਡਣ ਲੱਗ ਪਏ ਜਾ ਕੇ ਉੱਥੇ। ਜਦੋਂ ਫਿਰ ਖੇਡਣ ਲੱਗ ਪਏ ਤੇ ਮਾਤਾ ਗੁਜਰ ਕੌਰ ਜੀ ਨੇ ਫਿਰ ਬੁਲਾ ਲਿਆ ਭਾਈ ਮਾਨ ਸਿੰਘ ਜੀ ਨੂੰ, ਭਾਈ ਚੌਪਾ ਸਿੰਘ ਨੂੰ। ਮਾਨ ਸਿਆ, ਤੂੰ ਮੇਰੇ ਬੱਚਿਆਂ ਦਾ ਖਿਆਲ ਨਹੀਂ ਰੱਖਦਾ, ਦੇਖ ਜੇ ਕੰਧ ਡਿੱਗ ਪਈ ਤਾਂ ਨੁਕਸਾਨ ਹੋ ਜਾਏਗਾ। ਮਾਤਾ ਜੀ ਗਲਤੀ ਹੋ ਗਈ, ਅੱਗੇ ਤੋਂ ਮੈਂ ਖਿਆਲ ਰੱਖਾਂਗਾ। ਇਤਿਹਾਸ ਕਹਿੰਦਾ ਤੀਜੀ ਵਾਰੀ ਸਾਹਿਬਜ਼ਾਦੇ ਫੇਰ ਖੇਡਣ ਲੱਗ ਪਏ ਜਾ ਕੇ ਉੱਥੇ। ਜਦੋਂ ਤੀਜੀ ਵਾਰੀ ਖੇਡਦਿਆਂ ਨੂੰ ਵੇਖਿਆ ਤੇ ਮਾਤਾ ਗੁਜਰ ਕੌਰ ਜੀ ਬਹੁਤ ਜ਼ਿਆਦਾ
ਗੁੱਸੇ ਵਿੱਚ ਆਏ। ਭਾਈ ਮਾਨ ਸਿੰਘ ਨੂੰ ਝਿੜਕਾਂ ਵੱਜਦੀਆਂ ਸੀ, ਮਾਤਾ ਗੁਜਰ ਕੌਰ ਜੀ ਝਿੜਕ ਰਹੇ ਸਨ, ਤਾਂ ਇੰਨੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਗਏ। ਜਦੋਂ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਵੇਖਿਆ ਨਾ ਜੀ ਗੁੱਸੇ ਦੇ ਵਿੱਚ, ਤੇ ਮਹਾਰਾਜ ਪੁੱਛਦੇ ਆ, ਕਹਿੰਦੇ ਮਾਤਾ ਜੀ ਗੁਰੂ ਘਰ ਵਿੱਚੋਂ ਤੱਤੀਆਂ ਹਵਾਵਾਂ ਆਉਣ ਲੱਗ ਪਈਆਂ, ਕੀ ਗੱਲ ਹੋ ਗਈ, ਤੁਸੀਂ ਇੰਨੇ ਗੁੱਸੇ ਵਿੱਚ ਕਾਹਤੋਂ? ਮਾਤਾ ਗੁਜਰ ਕੌਰ ਜੀ ਨੇ ਕਿਹਾ, ਲਾਲ ਜੀ ਇਹ ਮਾਨ ਸਿੰਘ ਮੇਰੇ ਬੱਚਿਆਂ ਦਾ ਖਿਆਲ ਨਹੀਂ ਰੱਖਦਾ, ਛੋਟੀ ਛੋਟੀ ਉਮਰ ਹੈ, ਆ ਵੇਖੋ ਕਿਲੇ ਦੀ ਕੰਧ ਹੈ ਗਿੱਲੀ, ਇੱਥੇ ਆ ਕੇ ਖੇਡਣ ਲੱਗ ਪੈਂਦੇ ਨੇ, ਜੇ ਕੰਧ ਡਿੱਗ ਪਈ ਨੁਕਸਾਨ ਹੋ ਜਾਏਗਾ। ਮੈਂ ਤਾਂ ਭਾਈ ਮਾਨ ਸਿੰਘ ਨੂੰ ਝਿੜਕਾਂ ਮਾਰ ਰਹੀ ਹਾਂ। ਜਦੋਂ ਇੰਨੀ ਗੱਲ ਮਹਾਰਾਜ ਨੇ ਸੁਣੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੁੱਪ ਕਰ ਗਏ, ਗੰਭੀਰ ਹੋ ਗਏ, ਬਿਲਕੁਲ ਚੁੱਪ ਕਰ ਗਏ। ਮਾਤਾ ਗੁਜਰ ਕੌਰ ਜੀ ਨੇ ਪੁੱਛਿਆ, ਕਹਿੰਦੇ ਲਾਲ ਜੀ ਮੈਂ ਇਹੋ ਜੀ ਕੋਈ ਕੌੜੀ ਗੱਲ ਤਾਂ ਤੁਹਾਨੂੰ ਕਹੀ ਨਹੀਂ, ਕੀ ਗੱਲ ਹੋਈ, ਚੁੱਪ ਕਾਹਤੋਂ ਕਰ ਗਏ, ਗੰਭੀਰ ਕਾਹਤੋਂ ਹੋ ਗਏ ਤੁਸੀਂ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮਾਤਾ ਗੁਜਰ ਕੌਰ ਜੀ ਨੂੰ, ਕਹਿੰਦੇ ਮਾਤਾ ਜੀ ਮੈਂ ਆਉਣ ਵਾਲਾ ਸਮਾਂ ਦੇਖ ਰਿਹਾ। ਮਾਤਾ ਜੀ ਪੁੱਛਦੇ ਆ, ਕਹਿੰਦੇ ਕੀ ਸਮਾਂ ਦੇਖ ਰਹੇ ਹੋ ਤੁਸੀਂ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮਾਤਾ ਗੁਜਰ ਕੌਰ ਨੂੰ, ਕਹਿੰਦੇ ਮਾਤਾ ਜੀ ਅੱਜ ਤੁਹਾਡੇ ਬੱਚੇ ਤੁਹਾਡੀਆਂ ਅੱਖਾਂ ਤੋਂ ਜੇ ਥੋੜਾ ਸਮਾਂ ਵੀ ਪਰੇ ਹੋ ਜਾਂਦੇ ਨੇ ਤੇ ਤੁਸੀਂ ਬੜਾ ਮਨ ਵਿੱਚ ਵਿਰਾਗ ਕਰਦੇ ਹੋ, ਬੜੀ ਤਾਂਘ ਰੱਖਦੇ ਹੋ, ਮੇਰੇ ਬੱਚੇ ਕਿੱਥੇ ਚਲੇ ਗਏ? ਮਾਤਾ ਅੱਜ ਤੇ ਮਾਨ ਸਿੰਘ ਨੂੰ ਝਿੜਕਾਂ ਮਾਰਦੀ ਐ, ਕਹਿੰਦੀ ਐ ਮੇਰੇ ਬੱਚਿਆਂ ਦਾ ਖਿਆਲ ਨਹੀਂ ਰੱਖਦਾ, ਜੇ ਕੰਧ ਡਿੱਗ ਪਈ ਨੁਕਸਾਨ ਹੋ ਜਾਏਗਾ। ਮਾਂ ਕੋਈ ਸਮਾਂ ਆਏਗਾ ਇਹੋ ਜਿਹਾ, ਆਹੀ ਕੰਧਾਂ ਹੋਣਗੀਆਂ, ਇਹੀ ਸਾਹਿਬਜ਼ਾਦੇ ਹੋਣਗੇ, ਇਹੀ ਕੰਧਾਂ ਤੇਰੇ ਲਾਲਾਂ ਨੂੰ ਖਾ ਜਾਣਗੀਆਂ, ਫਿਰ ਕਿਹੜੇ ਮਾਨ ਸਿੰਘ ਨੂੰ ਦੋਸ਼ ਦੇਵੇਂਗੀ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਿਹੜੇ ਮਾਨ ਸਿੰਘ ਨੂੰ ਤੂੰ ਕਿਹਾ ਕਰੇਂਗੀ ਮੇਰੇ ਬੱਚਿਆਂ ਦਾ ਖਿਆਲ ਨਹੀਂ ਰੱਖਦਾ? ਇਹੀ ਕੰਧਾਂ ਹੋਣਗੀਆਂ ਤੇ ਇਹੀ ਸਾਹਿਬਜ਼ਾਦੇ ਹੋਣਗੇ। ਮੇਰਾ ਬੇਨਤੀ ਕਰਨ ਤੋਂ ਭਾਵ ਇਹ ਹੈ, ਮਾਤਾ ਗੁਜਰ ਕੌਰ ਜੀ ਬੜਾ ਖਿਆਲ ਰੱਖਦੇ ਸੀ, ਤੇ ਜਦੋਂ ਰਾਤ ਨੂੰ ਸੌਣਾ ਪਲੰਘ ਦੇ ਉੱਪਰ ਮਾਤਾ ਗੁਜਰ ਕੌਰ ਜੀ ਨੇ ਵਿਚਾਲੇ ਲੰਮੇ ਪੈ ਜਾਣਾ, ਸੱਜੀ ਬਾਂਹ ਤੇ ਬਾਬਾ ਜ਼ੋਰਾਵਰ ਸਿੰਘ ਨੇ ਸਿਰ ਰੱਖ ਲੈਣਾ, ਤੇ ਖੱਬੀ ਬਾਂਹ ਤੇ ਬਾਬਾ ਫਤਿਹ ਸਿੰਘ ਨੇ ਸਿਰ ਰੱਖ ਲੈਣਾ। ਦਾਤੀ ਤੋਂ 1 ਮਿੰਟ ਪਾਸੇ ਨਹੀਂ ਸੀ ਹੁੰਦੇ ਕਦੇ। ਮਾਤਾ ਜੀਤੋ ਜੀ ਚੜ੍ਹਾਈ ਕਰਕੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੇ ਆਨੰਦਪੁਰ ਸ਼ਹਿਰ ਦੇ ਵਿੱਚ ਫਿਰ ਕੇ ਗੇੜਾ ਦਿੱਤਾ, ਆਪ ਚੁੱਪ ਕਰਕੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਜਿਵੇਂ ਇਹ ਕਹਿ ਲਓ ਵੀ ਸਾਰੇ ਸ਼ਹਿਰ ਵਿੱਚ ਫਿਰ ਕੇ ਅੱਜ ਆਖਰੀ ਵਾਰੀ ਨਿਗਾਹ ਮਾਰ ਰਹੇ ਹੋਣ। ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਸਮਾਂ ਆ ਗਿਆ। 6 ਪੋਹ ਦੀ ਅੱਧੀ ਰਾਤ ਨੂੰ ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਨੂੰ ਉਠਾਇਆ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ, ਸਾਹਿਬਜ਼ਾਦਿਓ ਪੁੱਤਰੋ ਉੱਠੋ, ਆਪਾਂ ਜਾਣਾ ਹੈ। ਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਪੁੱਛਦੇ, ਮਾਂ ਕਿੱਥੇ ਜਾਣਾ ਹੈ, ਇਸ ਵਕਤ ਕਿਉਂ ਉਠਾ ਦਿੱਤਾ? ਤੇ ਮਾਤਾ ਗੁਜਰ ਕੌਰ ਜੀ ਨੇ, ਲਓ ਪੜਿਓ ਆ ਧਾਰਨਾ, ਮਹਾਂਪੁਰਸ਼ ਪੜ੍ਹਦੇ ਹੁੰਦੇ ਐ। ਮਾਤਾ ਗੁਜਰ ਕੌਰ ਜੀ ਕਹਿੰਦੇ ਨੇ, ਜੀ ਸਮੇਂ ਬੀਤ ਗਏ ਸੁੱਖਾਂ ਦੇ ਨਾਲ ਸੌਣ ਦੇ, ਦੁੱਖਾਂ ਨੇ ਲਗਾਈਆਂ ਚੜੀਆਂ, ਬੀਤ ਗਏ ਸੁੱਖਾਂ ਦੇ ਨਾਲ, ਹਾਂ ਦੁੱਖਾਂ ਨੇ ਲਗਾਈਆਂ ਚੜੀਆਂ, ਸਮੇਂ ਬੀਤ ਗਏ ਸੁੱਖਾਂ ਦੇ ਨਾਲ ਸੌਣ ਦੇ, ਦੁੱਖਾਂ ਨੇ ਲਗਾਈਆਂ ਚੜੀਆਂ, ਸਮੇਂ ਬੀਤ ਗਏ ਸੁੱਖਾਂ ਦੇ ਨਾਲ ਸੌਣ ਦੇ, ਦੁੱਖਾਂ ਨੇ ਲਗਾਈਆਂ ਚੜੀਆਂ, ਸਮੇਂ ਬੀਤ ਗਏ ਸੌਣ ਦੇ, ਦੁੱਖਾਂ ਨੇ ਸੁੱਖਾਂ ਦੇ ਨਾਲ ਸੌਣ ਦੇ, ਦੁੱਖਾਂ ਨੇ ਲਗਾਈਆਂ ਚੜੀਆਂ। ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਨੂੰ ਉਠਾਇਆ।
ਸਾਰਾ ਸਮਾਨ ਇਕੱਠਾ ਕਰ ਲਿਆ ਗਿਆ। ਤੇ ਯਾਦ ਰੱਖਿਓ ਇਤਿਹਾਸ ਕਹਿੰਦਾ ਹੈ ਬਹੁਤ ਸਮਾਨ ਆਨੰਦਪੁਰ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥੀਂ ਦਰਿਆ ਦੇ ਵਿੱਚ ਸੁਟਵਾ ਦਿੱਤਾ ਸੀ। ਤੇ ਇਤਿਹਾਸ ਦੀ ਘਟਨਾ ਕਹਿੰਦੇ 17 ਲੱਖ, ਯਾਦ ਰੱਖਿਓ ਇਹ ਸੰਖਿਆ ਜਿਹੜੀ ਹੈ 17 ਲੱਖ 32,000 250 ਮੋਹਰ ਜਾਂ ਰੁਪਈਆ ਮਹਾਰਾਜ ਨੇ ਆਪਣੇ ਹੱਥੀਂ ਕਹਿੰਦੇ ਦਰਿਆ ਵਿੱਚ ਸੁਟਾਇਆ। ਆਪਣੇ ਹੱਥੀਂ ਬੜੇ ਬੜੇ ਸ਼ਾਸਤਰ, ਬੜੇ ਬੜੇ ਗ੍ਰੰਥ ਸਾਰੇ ਜਿਹੜੇ ਉੱਥੇ ਕੁਛ ਅਗਨ ਭੇਟ ਕਰ ਦਿੱਤੇ ਗਏ। ਆਨੰਦਪੁਰ ਸਾਹਿਬ ਛੱਡਣ ਦਾ ਸਮਾਂ ਹੋ ਗਿਆ। ਜਦੋਂ ਲੱਗੇ ਨਾ ਜੀ ਤੁਰਨ, ਤੇ ਇਤਿਹਾਸ ਕਹਿੰਦਾ ਹੈ, ਕਿਸੇ ਇਤਿਹਾਸਕਾਰ ਦੀ ਕਲਪਨਾ ਕਹਿੰਦੇ ਆਨੰਦਪੁਰ ਸਾਹਿਬ ਦੀ ਧਰਤੀ ਇੱਕ ਇਸਤਰੀ ਦਾ ਰੂਪ ਧਾਰਨ ਕਰਕੇ ਮਹਾਰਾਜ ਸਾਹਮਣੇ ਖੜੀ ਹੋ ਗਈ ਆ ਕੇ। ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਤੁਸੀਂ ਇੱਥੇ ਆਏ, ਬੜੀਆਂ ਰੌਣਕਾਂ ਲੱਗੀਆਂ। ਤੇ ਯਾਦ ਰੱਖਿਓ ਜੀ ਆਨੰਦਪੁਰ ਸਾਹਿਬ ਜੀ ਦਾ ਨਾਮ ਆਨੰਦਪੁਰ ਕਿਉਂ ਪਿਆ, ਕਦੋਂ ਪਿਆ? ਪਹਿਲਾਂ ਤੇ ਇਹ ਸ਼ਹਿਰ ਦਾ ਨਾਮ ਚੱਕ ਮਾਤਾ ਨਾਨਕੀ ਸੀ। ਵਸਾਇਆ ਕਿਹਨੇ ਸੀ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵਸਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਸੀਂ ਨਾਮ ਸੀਗਾ ਚੱਕ ਮਾਤਾ ਨਾਨਕੀ। ਆਨੰਦਪੁਰ ਸਾਹਿਬ ਨਾਮ ਉਦੋਂ ਪਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਛੋਟੀ ਉਮਰ ਦੇ ਵਿੱਚ ਪਟਨਾ ਸਾਹਿਬ ਤੋਂ ਪਹਿਲੀ ਵਾਰੀ ਆਨੰਦਪੁਰ ਸਾਹਿਬ ਆਏ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਦੋਂ ਆਨੰਦਪੁਰ ਸਾਹਿਬ ਨਾਮ ਪਿਆ ਸ਼ਹਿਰ ਦਾ। ਇਹ ਹੱਥ ਜੋੜ ਕੇ ਕਹਿੰਦੀ ਮਹਾਰਾਜ ਤੁਸੀਂ ਜਦੋਂ ਇਸ ਸ਼ਹਿਰ ਵਿੱਚ ਆਏ ਸੀ ਤਾਂ ਬੜੀਆਂ ਰੌਣਕਾਂ ਲੱਗੀਆਂ, ਬੜਾ ਆਨੰਦ ਬਣਿਆ। ਤੁਸੀਂ ਅੱਜ ਚੱਲੇ ਹੋ, ਮੈਨੂੰ ਜਾਂਦੇ ਜਾਂਦੇ ਦੱਸ ਕੇ ਜਾਇਓ ਮੁੜ ਕੇ ਕਦੋਂ ਆਓਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ। ਤੇ ਕਿਸੇ ਇਤਿਹਾਸਕਾਰ ਦੀ ਕਲਪਨਾ ਕਹਿ ਲਓ, ਉਹ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਅਸੀਂ ਹੁਣ ਮੁੜ ਕੇ ਵਾਪਸ ਨਹੀਂ ਆ ਸਕਦੇ, ਸਮਾਂ ਹੀ ਇਹੋ ਜਿਹਾ। ਤੇ ਇੱਕ ਗੱਲ ਹੋਰ ਤੁਹਾਡੇ ਕੰਮ ਆਏਗੀ ਸਾਰਿਆਂ ਦੇ ਜੀ, ਤੁਸੀਂ 10ਵੇਂ ਪਾਤਸ਼ਾਹ ਦਾ ਸਾਰਾ ਇਤਿਹਾਸ ਪੜ੍ਹ ਕੇ ਦੇਖ ਲਓ। ਜਿੱਥੋਂ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਉੱਠ ਕੇ ਆ ਗਏ ਉੱਥੇ ਮੁੜ ਕੇ ਕਦੇ ਨਹੀਂ ਗਏ ਫਿਰ ਦੁਬਾਰਾ। ਜੇ ਮਹਾਰਾਜ ਨੇ ਪਟਨਾ ਸਾਹਿਬ ਦੀ ਧਰਤੀ ਤੋਂ ਪਟਨਾ ਸਾਹਿਬ ਛੱਡਿਆ ਤੇ ਮਹਾਰਾਜ ਮੁੜ ਕੇ ਪਟਨਾ ਸਾਹਿਬ ਕਦੇ ਨਹੀਂ ਗਏ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੌਂਟਾ ਸਾਹਿਬ ਛੱਡਿਆ ਤਾਂ ਮਹਾਰਾਜ ਮੁੜ ਕੇ ਪੌਂਟਾ ਸਾਹਿਬ ਨਹੀਂ ਗਏ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਆਨੰਦਪੁਰ ਛੱਡਿਆ, ਮਹਾਰਾਜ ਮੁੜ ਕੇ ਆਨੰਦਪੁਰ ਸਾਹਿਬ ਨਹੀਂ ਗਏ। ਜੇ ਮਹਾਰਾਜ ਨੇ ਦਮਦਮਾ ਸਾਹਿਬ ਦੀ ਧਰਤੀ ਛੱਡੀ, ਮਹਾਰਾਜ ਮੁੜ ਕੇ ਦਮਦਮਾ ਸਾਹਿਬ ਨਹੀਂ ਗਏ। ਜਿੱਥੋਂ ਇੱਕ ਵਾਰੀ ਚਲੇ ਗਿਆ ਮੁੜ ਕੇ ਵਾਪਸ ਨਹੀਂ ਕਦੇ ਆਏ ਉੱਥੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਵੀ ਵਾਪਸ ਨਹੀਂ ਆਵਾਂਗੇ, ਪਰ ਇਸ ਗੱਲ ਦਾ ਤੇਰੇ ਨਾਲ ਬਚਨ ਕਰਦੇ ਆ, ਤੂੰ ਜਿਹੜੀ ਗੱਲ ਕਹਿ ਰਹੀ ਹੈ ਜਦੋਂ ਮੈਂ ਆਇਆ ਸੀ ਬੜੀਆਂ ਰੌਣਕਾਂ ਲੱਗੀਆਂ, ਮੈਂ ਤੇ ਮੁੜ ਕੇ ਨਹੀਂ ਆਉਣਾ, ਮੇਰਾ ਪਰਿਵਾਰ ਤੇ ਮੁੜ ਕੇ ਨਹੀਂ ਇੱਥੇ ਆਏਗਾ, ਪਰ ਮੇਰਾ ਖਾਲਸਾ ਇੱਥੇ ਜੁਗਾਂ ਜੁਗਾਂ ਤੱਕ ਆਉਂਦਾ ਰਹੇਗਾ। ਇਹ ਰੌਣਕਾਂ ਇਦਾਂ ਹੀ ਲੱਗਦੀਆਂ ਰਹਿਣਗੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਰੌਣਕਾਂ ਇਦਾਂ ਹੀ ਲੱਗਦੀਆਂ ਰਹਿਣਗੀਆਂ। ਲੋ ਮਹਾਰਾਜ ਨੇ ਕੀ ਬਚਨ ਕੀਤਾ? ਆਨੰਦਪੁਰੀਏ ਤੂੰ ਵਸਦੀ ਰਾ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਾ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰੋ, ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰੋ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ
ਵਸਦੀ ਦੋਸੀ ਛੋੜ ਚੱਲੇ ਮੁੜ ਆਉਣਾ ਨਹੀਂ। ਛੋੜ ਚੱਲੇ ਮੁੜ ਆਉਣਾ, ਛੋੜ ਚੱਲੇ ਮੁੜ ਆਉਣਾ ਨਹੀਂ, ਛੋੜ ਚੱਲੇ ਮੁੜ ਆਉਣਾ ਨਹੀਂ, ਛੋੜ ਚੱਲੇ ਮੁੜ ਆਉਣਾ ਨਹੀਂ। ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ, ਛੋੜ ਚੱਲੇ ਮੁੜ ਆਉਣਾ ਨਹੀਂ, ਛੋੜ ਚੱਲੇ ਮੁੜ ਆਉਣਾ ਨਹੀਂ, ਛੋੜ ਚੱਲੇ ਮੁੜ ਆਉਣਾ ਨਹੀਂ। ਛੋੜ ਚੱਲੇ, ਸਾਰੇ ਬੋਲਿਆ ਕਰੋ। ਮੁੜ ਆਉਣਾ ਨਹੀਂ, ਛੋੜ ਚੱਲੇ ਮੁੜ ਆਉਣਾ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾਣ ਦਾ ਸਮਾਂ ਹੋਇਆ ਤੇ ਕਵੀ ਕਹਿੰਦਾ ਕੋਈ, ਗਲੀ ਗਲੀ ਰੋਂਦੀ ਐ ਆਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਐ ਆਨੰਦਪੁਰ ਸ਼ਹਿਰ ਦੀ। ਗਲੀ ਗਲੀ ਰੋਂਦੀ ਹੈ ਆਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਹੈ ਆਨੰਦਪੁਰ ਸ਼ਹਿਰ ਦੀ। ਗਲੀ ਗਲੀ ਰੋਂਦੀ ਐ ਗਲੀ ਗਲੀ ਰੋਂਦੀ ਹੈ ਆਨੰਦਪੁਰ ਸ਼ਹਿਰ ਦੀ। ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ। ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ। ਮਾਹੀ ਦੇ ਵਾਹ ਵਾਹ, ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ। ਗਲੀ ਗਲੀ ਰੋਂਦੀ ਐ ਆਨੰਦਪੁਰ ਸ਼ਹਿਰ ਦੀ, ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ। ਜਿੱਥੇ ਅਸੀਂ ਕਿਸੇ ਸਮੇਂ ਬਹੁਤ ਮੌਜਾਂ ਮਾਣੀਆਂ, ਖੇਡੇ ਜਿੱਥੇ ਸਾਹਿਬਜ਼ਾਦੇ ਰਲ ਮਿਲ ਕੇ ਹਾਣੀਆਂ, ਇਹੋ ਜਿਹਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਆਇਆ। ਤੇ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਇਹ ਯਾਦ ਰੱਖਿਓ, ਗੱਲਾਂ ਤੁਹਾਡੇ ਸਾਰਿਆਂ ਦੇ ਕੰਮ ਆਉਣਗੀਆਂ ਜੀ। ਇਤਿਹਾਸ ਆਪਾਂ ਸਾਰੇ ਪੜ੍ਹਦੇ ਇੱਥੋਂ ਸ਼ੁਰੂ ਕਰ ਦਿੰਨੇ ਆ ਵੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਸਰਸਾ ਤੇ ਵਿਛੋੜਾ ਪੈ ਗਿਆ, ਇਦਾਂ ਸਾਹਿਬਜ਼ਾਦੇ ਸ਼ਹੀਦ ਹੋ ਗਏ। ਪਰ ਇਹਦੇ ਵਿੱਚ ਕੀ ਹੋਇਆ, ਹੋਰ ਬਹੁਤ ਘਟਨਾਵਾਂ ਵਾਪਰੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ, ਹੋ ਸਕਦਾ ਬਾਬਾ ਜੋਗਾ ਸਿੰਘ ਜੀ ਨੇ ਆਪ ਜੀ ਨੂੰ ਇਹ ਘਟਨਾ ਸੁਣਾਈ ਹੋਵੇ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਦਾ ਸੰਸਕਾਰ ਕੀਤਾ ਗਿਆ ਸੀ। ਜਦੋਂ ਦਿੱਲੀ ਤੋਂ ਮਹਾਰਾਜ ਦਾ ਸੀਸ ਆਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਜਿੱਥੇ ਮਹਾਰਾਜ ਦਾ ਸੰਸਕਾਰ ਕੀਤਾ ਸੀ, ਉਹ ਥਾਂ ਤੇ ਮਹਾਰਾਜ ਨੇ ਸਮਾਧ ਬਣਵਾਈ। ਗੁਰੂ ਤੇਗ ਬਹਾਦਰ ਮਹਾਰਾਜ ਦੀ ਯਾਦ ਵਿੱਚ ਉੱਥੇ ਯਾਦਗਾਰ ਬਣੀ ਹੋਈ ਸੀ। ਤੇ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਇੱਥੇ ਜਾ ਕੇ ਨਮਸਕਾਰ ਕੀਤੀ। ਤੇ ਯਾਦ ਰੱਖਿਓ, ਇਹ ਜਿਹੜੀ ਯਾਦਗਾਰ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੇ ਬਿਲਕੁਲ ਸਾਹਮਣੇ ਸੀ ਬਣੀ ਹੋਈ। ਜਿੱਥੇ ਆਪਾਂ ਅੱਜ ਜਾ ਕੇ ਮੱਥਾ ਟੇਕਦੇ ਆ ਨਾ ਸਾਰੇ ਜੀ, ਗੁਰਦੁਆਰਾ ਕੇਸਗੜ੍ਹ ਸਾਹਿਬ, ਇਹ ਮਹਾਰਾਜ ਦਾ ਘਰ ਨਹੀਂ ਸੀ। ਇਹ ਤੇ ਉਹ ਥਾਂ ਹੈ ਜਿੱਥੇ ਮਹਾਰਾਜ ਨੇ ਖਾਲਸਾ ਪੰਥ ਨੂੰ ਸਜਾਇਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਇੱਥੋਂ ਪਾਸੇ ਸੀ, ਜਿੱਥੇ ਮਹਾਰਾਜ ਰਹਿੰਦੇ ਸੀ, ਰਾਤ ਨੂੰ ਜਾ ਕੇ ਵਿਸ਼ਰਾਮ ਕਰਦੇ ਸੀ। ਤੇ ਮਹਾਰਾਜ ਦੇ ਘਰ ਦੇ ਬਿਲਕੁਲ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਗੀਠਾ ਬਣਿਆ ਹੋਇਆ ਸੀ। ਸਵੇਰੇ ਜਦੋਂ ਆਸਾ ਦੀ ਵਾਰ ਦਾ ਭੋਗ ਪੈਂਦਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਤੋਂ ਪਹਿਲਾਂ ਇੱਥੇ ਆ ਕੇ ਮੱਥਾ ਟੇਕਦੇ ਸੀ। ਆਪਣੇ ਪਿਤਾ ਦੀ ਸਮਾਧ ਕਹਿ ਲਓ ਜਾਂ ਯਾਦਗਾਰ ਕਹਿ ਲਓ, ਤੇ ਫਿਰ ਜਾ ਕੇ ਸੰਗਤਾਂ ਵਿੱਚ ਬੈਠਦੇ ਸੀ। ਮਹਾਰਾਜ ਨੇ ਤੁਰਨ ਤੋਂ ਪਹਿਲਾਂ ਕਿਸੇ ਇੱਕ ਸਿੱਖ ਦੀ ਡਿਊਟੀ ਲਾਉਣੀ ਸਮਝੀ, ਆਵਾਜ਼ ਦਿੱਤੀ ਮਹਾਰਾਜ ਨੇ। ਗੁਰੂ ਸਾਹਿਬ ਕਹਿੰਦੇ ਨੇ, ਹੈ ਕੋਈ ਸਿੱਖ ਜਿਹੜਾ ਸਾਡੇ ਪਿਤਾ ਦੇ ਸਥਾਨ ਤੇ ਦੀਵਾ ਬੱਤੀ ਕਰੇ?
ਝਾੜੂ ਬੱਤੀ ਝਾੜੂ ਫੇਰਿਆ ਕਰੇ, ਸਾਫ ਸਫਾਈ ਦੀ ਸੇਵਾ ਕਰੇ। ਹੈ ਕੋਈ ਸਿੱਖ ਇਹੋ ਜਿਹਾ? ਤੇ ਕਹਿੰਦੇ ਨੇ ਸਾਰੇ ਸਿੱਖਾਂ ਵਿੱਚੋਂ ਬਾਬਾ ਗੁਰਬਖਸ਼ ਦਾਸ ਉਦਾਸੀ ਸਾਧੂ ਸੀ ਜੀ। ਇਹ ਸਾਹਮਣੇ ਆਏ, ਮੱਥਾ ਟੇਕਿਆ, ਮਹਾਰਾਜ ਮੈਨੂੰ ਸੇਵਾ ਦਿਓ, ਮੈਂ ਗੁਰੂ ਸਾਹਿਬ ਜੀ ਦੇ ਅੰਗੀਠੇ ਤੇ ਧੂਫ ਦੀਪ ਦੀ ਸੇਵਾ ਕਰਿਆ ਕਰਾਂਗਾ। ਮਹਾਰਾਜ ਬੜੇ ਖੁਸ਼ ਹੋਏ ਤੇ ਇਹਨੇ ਬੇਨਤੀ ਕੀਤੀ, ਮਹਾਰਾਜ ਮੈਂ ਸੇਵਾ ਤੇ ਕਰਾਂਗਾ, ਪਰ ਕਿਰਪਾ ਕਰਿਓ ਇੱਕ ਮੇਰੇ ਤੇ ਬਖਸ਼ਿਸ਼ ਰੱਖਿਓ। ਮਹਾਰਾਜ ਕਹਿੰਦੇ ਕਾਹਦੀ? ਸੱਚੇ ਪਾਤਸ਼ਾਹ ਜੀ ਮੈਂ ਹਰ ਰੋਜ਼ ਤੁਹਾਡੇ ਦਰਸ਼ਨ ਕਰਕੇ ਜਲ ਪਾਣੀ ਛਕਦਾ ਸੀ, ਤੁਸੀਂ ਅੱਜ ਇੱਥੋਂ ਚਲੇ ਜਾਣਾ, ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਕਿੱਦਾਂ ਹੋਇਆ ਕਰਨਗੇ? ਇਹ ਕੌਣ ਕਹਿ ਰਿਹਾ ਜੀ? ਬਾਬਾ ਗੁਰਬਖਸ਼ ਦਾਸ। ਬਾਬੇ ਗੁਰਬਖਸ਼ ਦਾਸ ਨੇ ਉਦਾਸੀ ਸਾਧੂ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਕਿੱਦਾਂ ਹੋਣਗੇ? ਸੁਣਿਓ ਬਹੁਤ ਧਿਆਨ ਨਾਲ। ਤੇ ਮਹਾਰਾਜ ਨੇ ਪਤਾ ਕੀ ਕਿਹਾ ਅੱਗਿਓਂ? ਗੁਰੂ ਗੋਬਿੰਦ ਸਿੰਘ ਜੀ ਨੇ, ਮਹਾਰਾਜ ਕਹਿੰਦੇ ਨੇ, ਗੁਰੂ ਸਾਹਿਬ ਜੀ ਕਹਿੰਦੇ, ਬਾਬਾ ਜੀ ਸਵੇਰੇ ਉੱਠ ਕੇ ਸਾਡੇ ਪਿਤਾ ਦੇ ਸਥਾਨ ਤੇ ਧੂਫ ਦੀਪ ਦੀ ਸੇਵਾ ਕਰਨ ਤੋਂ ਬਾਅਦ ਵਿੱਚ ਆਪਣੇ ਦਾੜੇ ਵੱਲ ਵੇਖਿਆ ਕਰੋ, ਤੁਹਾਡੇ ਦਾੜੇ ਵਿੱਚੋਂ ਮੈਂ ਦਿਸਿਆ ਕਰਾਂਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਹਾਡੇ ਦਾੜੇ ਵਿੱਚੋਂ ਸਵੇਰੇ ਸੇਵਾ ਕਰਿਆ ਕਰਿਓ, ਸੇਵਾ ਤੋਂ ਵਿਹਲੇ ਹੋ ਕੇ ਆਪਣਾ ਦਾੜਾ ਫੜ ਕੇ ਇਦਾਂ ਵੇਖਿਆ ਕਰਿਓ, ਇਹ ਕੇਸਾਂ ਵਿੱਚੋਂ ਤੁਹਾਨੂੰ ਮੈਂ ਦਿਸਾਂਗਾ। ਕਿੱਡਾ ਵੱਡਾ ਇਸ਼ਾਰਾ ਆਪਣੇ ਸਾਰਿਆਂ ਵਾਸਤੇ ਜੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੰਨੀ ਵੱਡੀ ਸਿੱਖਿਆ ਦਿੱਤੀ। ਜੇ ਆਪਾਂ ਦਰਸ਼ਨ ਕਰਨੇ ਹੁਣ ਅੱਜ ਗੁਰੂ ਸਾਹਿਬ ਦੇ, ਜੇ ਆਪਣੇ ਮਨ ਵਿੱਚ ਸਵਾਲ ਕਦੇ ਆਇਆ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੋ ਜਿਹੇ ਹੋਣਗੇ, ਮਹਾਰਾਜ ਦਾ ਚਿਹਰਾ ਕਿੱਦਾਂ ਦਾ ਹੋਏਗਾ, ਗੁਰੂ ਸਾਹਿਬ ਜੀ ਦਾ ਕੱਦ ਕਿੰਨਾ ਕੁ ਲੰਮਾ ਹੋਏਗਾ, ਮਨ ਵਿੱਚ ਖਿਆਲ ਕਦੇ ਫੋਟੋਆਂ ਆਪਾਂ ਸਾਰੇ ਦੇਖਦੇ ਆ ਨਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਅੱਜ ਵੀ ਹੋ ਸਕਦੇ ਹਨ। ਸੱਚੇ ਪਾਤਸ਼ਾਹ ਦਾ ਬਚਨ ਹੈ, ਜੇ ਮੇਰੇ ਦਰਸ਼ਨ ਕਰਨੇ ਨੇ ਮੇਰੇ ਸਿੱਖਾਂ ਦੇ ਦਰਸ਼ਨ ਕਰ ਲਿਓ। ਕਿਉਂ? ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ। ਜਦੋਂ ਸੱਚੇ ਪਾਤਸ਼ਾਹ ਸੱਚਖੰਡ ਚੱਲੇ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਤੁਹਾਡੇ ਦਰਸ਼ਨ ਕਿੱਦਾਂ ਹੋਇਆ ਕਰਨਗੇ? ਤੇ ਮਹਾਰਾਜ ਨੇ ਕਿਹਾ ਸੀ, ਪੰਜਾਂ ਸਿੰਘਾਂ ਦੇ ਦਰਸ਼ਨ ਕਰਿਓ, ਨਿਤਨੇਮ ਕਰਨ ਵਾਲੇ ਅਭਿਆਸੀਆਂ ਦੇ ਦਰਸ਼ਨ ਪੰਜਾਂ ਸਿੰਘਾਂ ਦੇ ਕਰ ਲਿਓ, ਉਹਨਾਂ ਵਿੱਚ ਦੀ ਮੈਂ ਦਿਸਿਆ ਕਰਾਂਗਾ। ਸੱਚੇ ਪਾਤਸ਼ਾਹ ਜੇ ਪੰਜ ਵੀ ਨਾ ਮਿਲਣ ਫਿਰ ਮਹਾਰਾਜ ਕਹਿੰਦੇ ਫਿਰ ਕਿਸੇ ਇੱਕ ਸਿੰਘ ਦੇ ਦਰਸ਼ਨ ਕਰ ਲਿਓ, ਉਹਦੇ ਵਿੱਚ ਦੀ ਮੈਂ ਦਿਸਿਆ ਕਰਾਂਗਾ, ਉਹਦੇ ਦਰਸ਼ਨ ਮੇਰੇ ਦਰਸ਼ਨ ਹੋਣਗੇ। ਇਹਦਾ ਭਾਵ ਕੀ ਸੀ? ਮਹਾਰਾਜ ਨੇ ਆਪਣਾ ਸਰੂਪ ਆਪਾਂ ਸਾਰਿਆਂ ਨੂੰ ਦਿੱਤਾ। ਜਿਹੋ ਜਿਹੇ ਗੁਰੂ ਸਾਹਿਬ ਜੀ ਆਪ ਸਨ, ਉਹੋ ਜਿਹੇ ਆਪਣੇ ਖਾਲਸੇ ਨੂੰ ਬਣਾਇਆ। ਪੁੱਤ ਦੇ ਵਿੱਚੋਂ ਪਿਓ ਦਾ ਚਿਹਰਾ ਦਿਸ ਪੈਂਦਾ ਜੀ, ਪੁੱਤ ਦੇ ਵਿੱਚੋਂ ਪਿਓ ਦਾ ਚਿਹਰਾ ਦਿਸ ਪੈਂਦਾ। ਭੈਣ ਨੂੰ ਆਪਣੇ ਭਤੀਜੇ ਵਿੱਚੋਂ ਆਪਣਾ ਭਰਾ ਦਿਸ ਪੈਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਜੇ ਪੰਜ ਸਿੰਘ ਨਹੀਂ ਮਿਲਦੇ ਇੱਕ ਦੇ ਦਰਸ਼ਨ ਕਰ ਲਿਓ। ਮਹਾਰਾਜ ਜੇ ਇੱਕ ਵੀ ਨਾ ਮਿਲੇ ਫਿਰ ਅਸੀਂ ਕੀ ਕਰਾਂਗੇ? ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਚੰਗਾ ਫਿਰ ਜੇ ਇੱਕ ਵੀ ਸਿੰਘ ਨਾ ਮਿਲੇ, ਤਿਆਰ ਬਰ ਤਿਆਰ, ਸਵੇਰੇ ਉੱਠੀ, ਇਸ਼ਨਾਨ ਕਰੀ, ਪੰਜ ਬਾਣੀਆਂ ਪੜ੍ਹੀ, ਪੰਜ ਬਾਣੀਆਂ ਪੜ੍ਹਨ ਤੋਂ ਬਾਅਦ ਵਿੱਚ ਸ਼ੀਸ਼ੇ ਸਾਹਮਣੇ ਖੜਾ ਹੋਈ, ਸ਼ੀਸ਼ੇ ਵਿੱਚ ਖੜਾ ਹੋ ਕੇ ਆਪਣੇ ਆਪ ਵੱਲ ਵੇਖੀ, ਤੇਰੇ ਵਿੱਚੋਂ ਮੈਂ ਦਿਸਿਆ ਕਰਾਂਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇਰੇ ਵਿੱਚੋਂ ਮੇਰੇ ਦਰਸ਼ਨ ਹੋਣਗੇ, ਮੈਂ ਦਿਸਾਂਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੇਸ ਕਿੰਨੇ ਪਿਆਰੇ ਨੇ, ਯਾਦ ਰੱਖਿਓ। ਅੱਜ ਸਾਡੇ ਨਾਲ ਜੀ ਸਿੱਖਾਂ ਵਿੱਚ ਸਾਡੇ ਨੌਜਵਾਨ ਭਰਾ ਇਹ ਗੱਲ ਕਹਿ ਦਿੰਦੇ ਐ, ਸਾਡੇ ਪ੍ਰਚਾਰਕਾਂ ਦੀ ਬੜੀ ਕਿਰਪਾ ਹੋਈ ਇਸ ਪੱਖ ਤੋਂ, ਕਹਿਣਗੇ ਸਿੱਖੀ ਤੇ ਬੰਦੇ ਦੇ ਅੰਦਰ ਹੁੰਦੀ ਹੈ, ਦਾੜੀ ਕੇਸਾਂ ਨਾਲ ਬਹੁਤੀ ਸਿੱਖੀ ਹੋ ਜਾਂਦੀ ਕਿਤੇ। ਸਿੱਖੀ ਤਾਂ ਸਾਡੇ ਮਨ ਵਿੱਚ ਹੈ, ਦਾੜੀ ਕੇਸਾਂ ਵਿੱਚ ਕੀ ਰੱਖਿਆ ਹੋਇਆ? ਸੰਗਤ ਜੀ, ਇਹ ਦਾੜੀ ਕੇਸਾਂ 'ਚ ਨਾ ਰੱਖਿਆ ਹੁੰਦਾ, ਕੇਸ ਨਾ ਮਹਾਰਾਜ ਨੂੰ ਪਿਆਰੇ ਹੁੰਦੇ ਤਾਂ ਮਹਾਰਾਜ ਨੇ ਪੰਜਾਂ ਤਖਤਾਂ ਵਿੱਚੋਂ ਇੱਕ ਤਖਤ ਦਾ ਨਾਮ ਹੀ ਕੇਸਗੜ੍ਹ ਸਾਹਿਬ ਰੱਖਿਆ ਹੈ। ਸਿੱਖਾਂ ਦੇ ਸਿੰਘਾਂ ਦੇ ਪੰਜਾਂ ਕਕਾਰਾਂ ਵਿੱਚੋਂ ਇੱਕ ਕਕਾਰ ਹੀ ਕੇਸ ਹੈ। ਸੱਚੇ ਪਾਤਸ਼ਾਹ ਨੂੰ ਕੇਸ ਕਿੰਨੇ ਪਿਆਰੇ ਹੋਣਗੇ। ਪੀਰ ਬੁੱਧੂ ਸ਼ਾਹ ਨੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਆਪਣੇ 4 ਪੁੱਤ ਕੁਰਬਾਨ ਕੀਤੇ, ਜੰਗ ਦੇ ਮੈਦਾਨ ਤੋਂ ਬਾਅਦ ਵਿੱਚ ਮਹਾਰਾਜ ਨੂੰ ਮੱਥਾ ਟੇਕਿਆ ਆ ਕੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਕੇਸ ਵਾਹ ਰਹੇ ਸਨ, ਕੇਸ ਵਾਹੁੰਦੇ ਸੀ। ਸੱਚੇ ਪਾਤਸ਼ਾਹ ਪੀਰ ਬੁੱਧੂ ਸ਼ਾਹ ਆ ਗਿਆ, ਮੱਥਾ ਟੇਕਿਆ, ਮਹਾਰਾਜ ਕਹਿੰਦੇ, ਪੀਰ ਜੀ ਮੰਗੋ ਕੀ ਮੰਗਦੇ ਹੋ?
ਤੇ ਪੀਰ ਬੁੱਧੂ ਸ਼ਾਹ ਨੇ ਕੀ ਮੰਗਿਆ ਸੀ ਮਹਾਰਾਜ ਕੋ ਸੱਚੇ ਪਾਤਸ਼ਾਹ? ਮਹਾਰਾਜ ਆਪਣੇ ਕੇਸ ਵਾਰੇ ਸਨ, ਥੋੜੇ ਜਿਹੇ ਕੇਸ ਮਹਾਰਾਜ ਦੇ ਕੰਘੇ ਵਿੱਚ ਫਸੇ ਹੋਏ ਸੀ, ਅੜੇ ਹੋਏ ਸੀ, ਜਿਹੜੇ ਕੇਸ ਚੜ੍ਹਾਈ ਕਰ ਚੁੱਕੇ ਸਨ। ਸੱਚੇ ਪਾਤਸ਼ਾਹ ਮੈਨੂੰ ਆਪਣਾ ਕੰਘਾ ਕੇਸਾਂ ਸਮੇਤ ਦੇ ਦਿਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹੋ ਜਿਹਾ ਕੀ ਰੱਖਿਆ ਕੇਸਾਂ ਦੇ ਵਿੱਚ ਸੱਚੇ ਪਾਤਸ਼ਾਹ ਨੂੰ। ਹੁਣ ਸਾਡੇ ਪਿੰਡਾਂ ਦਾ ਪਤਾ ਕੀ ਰਿਵਾਜ ਬਣ ਗਿਆ ਜੀ, ਆਪਣੇ ਪਿੰਡਾਂ 'ਚ ਆਮ ਹੀ ਫਿਰਦੇ ਆ ਕੇਸ ਮੁੱਲ ਲੈਣ ਵਾਲੇ, ਵਾਲ ਵੇਚਣ ਵਾਲੇ, ਤੇ ਸਿੱਖ ਵੇਚਦੇ ਵੀ ਹੈ। ਕੋਈ ਕਹਿੰਦਾ 1000 ਰੁਪਏ ਕਿਲੋ, ਕੋਈ ਕਹਿੰਦਾ 2000 ਰੁਪਏ ਕਿਲੋ। ਸਿੱਖਾਂ ਨੇ ਤਾਂ ਕੇਸ ਆਪਣੇ ਉਦੋਂ ਨਹੀਂ ਪਾਸੇ ਹੋਣ ਦਿੱਤੇ ਜਦੋਂ ਟਕਾ ਟਕਾ ਸਿਰਾਂ ਦਾ ਮੁੱਲ ਪਿਆ। ਅੱਜ ਅਸੀਂ ਆਪਣੇ ਹੱਥੀਂ ਵੇਚੀ ਜਾਂਦੇ ਆ। ਇੱਕ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਜੀ, ਆਪਾਂ ਅਰਦਾਸ ਵਿੱਚ ਪੜ੍ਹਦੇ ਹੁੰਦੇ ਆ, ਗ੍ਰੰਥੀ ਜੀ ਪੜ੍ਹਦੇ ਹੁੰਦੇ ਨੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਕੁਰਬਾਨੀ ਲਈ ਸ਼ਹੀਦੀਆਂ ਦਿੱਤੀਆਂ ਨਾ ਜੀ, ਗੁਰਦੁਆਰਿਆਂ ਦੀ ਕੁਰਬਾਨੀ ਲਈ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਜੇ ਸਿੱਖੀ ਬੰਦੇ ਦੇ ਮਨ ਦੀ ਹੁੰਦੀ ਫਿਰ ਕੇਸਾਂ ਦੀ ਗੱਲ ਕਿਉਂ ਇੱਥੇ ਕੀਤੀ? ਜੇ ਮਰਦ ਨੂੰ ਕੇਸ ਨਾ ਪਿਆਰੇ ਹੁੰਦੇ, ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਮਰਦ ਨੇ ਪੈਰਾਂ 'ਚ ਜੋੜਾ ਨਹੀਂ ਸੀ ਲਾਉਣਾ ਆਪਣੇ। ਭਾਈ ਦਇਆ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਜੋੜਾ ਕਾਹਤੋਂ ਲਾ ਦਿੱਤਾ? ਕਹਿੰਦੇ ਜੋੜਾ ਮੈਂ ਤਾਂ ਲਾ ਦਿੱਤਾ ਪੈਰਾਂ ਦੇ ਵਿੱਚੋਂ, ਜੰਗ ਦੇ ਮੈਦਾਨ ਵਿੱਚ ਲੜਦਿਆਂ ਹੋਇਆ ਕਿਸੇ ਸਿੰਘ ਦੇ ਕੇਸ ਖੁੱਲ੍ਹ ਗਏ ਹੋਣਗੇ, ਜਾਂਦੇ ਹੋਏ ਕਿਤੇ ਮੇਰੇ ਪੈਰਾਂ ਦਾ ਜੋੜਾ ਉਹਦੇ ਕੇਸਾਂ ਨੂੰ ਨਾ ਲੱਗ ਜਾਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੇਸ ਮਹਾਰਾਜ ਨੂੰ ਇੰਨੇ ਪਿਆਰੇ ਹਨ। ਸਿੱਖ ਦੀ ਪਛਾਣ ਕਿੱਥੋਂ ਹੁੰਦੀ ਹੈ ਜੀ? ਜੇ ਸਿੱਖੀ ਬੰਦੇ ਦੇ ਮਨ ਵਿੱਚ ਹੀ ਹੁੰਦੀ, ਅੰਦਰ ਹੁੰਦੀ ਹੈ, ਤੇ ਸਿੱਖ ਦੀ ਪਛਾਣ ਕਿਵੇਂ ਹੋਏਗੀ? ਕਿੱਥੋਂ ਪਛਾਣਿਆ ਜਾਂਦਾ ਸਿੱਖ? ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਆਇਆ ਤੇ ਬਾਬੇ ਜੀਵਨ ਸਿੰਘ ਨੂੰ, ਭਾਈ ਜੈਤੇ ਨੂੰ ਮਹਾਰਾਜ ਨੇ ਕੀ ਆਖਿਆ ਸੀ? ਜੈਤਿਆ ਉੱਥੇ ਕੋਈ ਸਿੱਖ ਹੈ ਨਹੀਂ ਸੀਗਾ ਦਿੱਲੀ ਦੇ ਵਿੱਚ, ਮਹਾਰਾਜ ਸਿੱਖ ਸੀਗੇ ਤਾਂ ਬਹੁਤ, ਪਰ ਉਹਨਾਂ ਦੀ ਪਛਾਣ ਕੋਈ ਨਹੀਂ ਸੀ, ਕੋਈ ਸਾਹਮਣੇ ਨਹੀਂ ਆਇਆ। ਤੇ ਮਹਾਰਾਜ ਨੇ ਕਿਹਾ ਸੀ ਨਾ ਵੀ ਇਹੋ ਜਿਹਾ ਖਾਲਸਾ ਪੈਦਾ ਕਰਾਂਗਾ, ਇਹੋ ਜਿਹਾ ਸਰੂਪ ਦੇ ਕੇ ਜਾਵਾਂਗਾ, ਲੱਖਾਂ ਦੀ ਗਿਣਤੀ ਵਿੱਚ ਖੜਾ ਹੋਇਆ ਕਈ ਵੀ ਜਾਵੇ ਮੈਂ ਸਿੱਖ ਨਹੀਂ, ਮੈਂ ਸਿੱਖ ਨਹੀਂ, ਲੋਕੀ ਉਹਦੇ ਚਿਹਰੇ ਵੱਲ ਦੇਖ ਕੇ ਕਿਹਾ ਕਰਨਗੇ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ, ਉਹਨੂੰ ਵੱਖਰੀ ਪਛਾਣ ਦੇ ਕੇ ਜਾਵਾਂਗਾ। ਇਹ ਸੱਚੇ ਪਾਤਸ਼ਾਹ ਨੇ ਸਰੂਪ ਬਖਸ਼ਿਸ਼ ਕੀਤਾ। ਤੇ ਮਹਾਰਾਜ ਨੇ ਆਖਿਆ ਬਾਬੇ ਗੁਰਬਖਸ਼ਦਾਸ ਨੂੰ, ਗੁਰਬਖਸ਼ਦਾਸ ਜੀ ਆਪਣੇ ਦਾੜੇ ਵੱਲ ਵੇਖਿਆ ਕਰੋ, ਤੁਹਾਡੇ ਦਾੜੇ ਵਿੱਚੋਂ ਮੈਂ ਦਿਸਿਆ ਕਰਾਂਗਾ। ਆਨੰਦਪੁਰ ਸਾਹਿਬ ਦਾ ਕਿਲ੍ਹਾ ਸੱਚੇ ਪਾਤਸ਼ਾਹ ਜੀ ਨੇ ਛੱਡ ਦਿੱਤਾ। ਕੀਰਤਪੁਰ ਸਾਹਿਬ ਮਹਾਰਾਜ ਨੇ ਜਾ ਕੇ ਮੱਥਾ ਟੇਕਿਆ ਆਪਣੇ ਵੱਡਿਆਂ ਦੇ ਸਥਾਨਾਂ ਤੇ ਪਿੱਛੋਂ ਕਹਿੰਦੇ ਨੇ ਕਸਬਾਂ ਤੋੜ ਕੇ ਇਹਨਾਂ ਨੇ ਹਮਲਾ ਕਰ ਦਿੱਤਾ। 6 ਪੋਹ ਦੀ ਅੱਧੀ ਰਾਤ ਨੂੰ ਕਿਲ੍ਹਾ ਛੱਡਿਆ ਜੀ, ਤੇ 7 ਪੋਹ ਦੀ ਸਵੇਰ ਨੂੰ ਤਕਰੀਬਨ ਸਵੇਰੇ 3-3:30 ਵਜੇ 2-3 ਘੰਟੇ ਦਾ ਸਮਾਂ ਹੀ ਸਾਰਾ ਬਣਦਾ ਹੈ। ਸਰਸਾ ਦੇ ਕੰਢੇ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨੇ, ਪਿੱਛੋਂ ਹਮਲਾ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਇਆ ਸਿੰਘ ਨੂੰ ਕਹਿੰਦੇ ਨੇ, ਦਇਆ ਸਿੰਘਾ ਮੈਨੂੰ ਭੁੱਖ ਲੱਗੀ ਹੋਈ ਹੈ। ਭਾਈ ਦਇਆ ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਇਸ ਵਕਤ ਇੱਥੇ ਪ੍ਰਸ਼ਾਦੇ ਦਾ ਪ੍ਰਬੰਧ ਕਿੱਥੋਂ ਕਰ ਸਕਦੇ ਆ? ਪਿੱਛੇ ਵੈਰੀ ਚੜਿਆ ਆਉਂਦਾ ਹੈ, ਸਾਹਮਣੇ ਸਰਸਾ ਭਰਿਆ ਹੋਇਆ ਹੈ, ਮਹਾਰਾਜ ਕੀ ਛਕਣਾ ਤੁਸੀਂ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਦਇਆ ਸਿੰਘ ਜੀ ਆਹ ਸਮੇਂ ਦੇ ਵਿੱਚ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀ ਕਰਦੇ ਹੁੰਦੇ ਸੀ? ਤੇ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਆਹ ਸਮੇਂ ਤੇ ਅੰਮ੍ਰਿਤ ਵੇਲੇ ਆਨੰਦਪੁਰ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸੀ। ਜਦੋਂ ਇੰਨੀ ਗੱਲ ਕਹੀ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਦਇਆ ਸਿੰਘਾ ਮੈਨੂੰ ਕੀਰਤਨ ਦੀ ਭੁੱਖ ਲੱਗੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰੱਬ ਦੇ ਬੰਦਿਆਂ ਦੀ ਖੁਰਾਕ ਰੱਬ ਦੀ ਬੰਦਗੀ ਹੈ। ਨਾਮ ਜਪਣ ਵਾਲਾ ਰੋਟੀ ਤੋਂ ਬਿਨਾਂ ਤੇ ਰਹਿ ਸਕਦਾ ਹੈ, ਪ੍ਰਸ਼ਾਦੇ ਬਿਨਾਂ ਤੇ ਰਹਿ ਸਕਦਾ ਅਭਿਆਸੀ ਕੋਈ, ਪਰ ਬੰਦਗੀ ਬਿਨਾਂ ਨਹੀਂ ਰਹਿ ਸਕਦਾ ਹੈ। ਬਿਨ ਜਲ ਪ੍ਰਾਨ ਤਜੇ ਹੈ ਮੀਨਾ, ਜਿਨ ਜਲ ਸਿਉ ਹੇਤ ਵਢਾਇਓ। ਉਹ ਸਿੱਖੀ ਕਾਹਦਾ ਜਿਹੜਾ ਗੁਰੂ ਤੋਂ ਬਿਨਾਂ ਬਚ ਜਾਏ, ਜਿਹੜਾ ਬੰਦਗੀ ਤੋਂ ਬਿਨਾਂ ਬਚ ਜਾਏ, ਜਿਹੜਾ ਗੁਰਬਾਣੀ ਤੋਂ ਬਿਨਾਂ ਬਚ ਜਾਏ। ਇੱਥੇ ਤਾਂ ਮਹਾਰਾਜ ਨੇ ਹਾਲਤ ਹੀ ਆਹ ਦੱਸੀ ਹੈ ਸਿੱਖ ਦੀ ਜੀ, ਜਿਵੇਂ ਮੱਛੀ ਨਾ ਪਾਣੀ ਤੋਂ ਬਿਨਾਂ ਜੀਵੇ, ਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾਂ। ਮੱਛੀ ਨਾ ਪਾਣੀ ਤੋਂ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਇੱਥੇ ਆਸਾ ਦੀ ਵਾਰ ਦਾ ਕੀਰਤਨ ਹੋਏਗਾ, ਦੀਵਾਨ ਲਾਓ। ਸਾਰੇ ਸਿੰਘ ਹੈਰਾਨ ਹੋ ਗਏ, ਮਹਾਰਾਜ ਪਿੱਛੇ ਫੌਜ ਚੜੀ ਆਉਂਦੀ ਹੈ। ਤੇ ਯਾਦ ਰੱਖਿਓ ਸੰਗਤ ਜੀ, ਆਪ ਜੀ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਪੜ੍ਹ ਕੇ ਦੇਖ ਲਓ। ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਭੱਜੇ ਜਾਂਦੇ ਵੈਰੀ ਦੇ ਪਿੱਛੇ ਆਪਣਾ ਘੋੜਾ ਨਹੀਂ ਸੀ ਭਜਾਇਆ ਕਦੇ। ਜੇ ਕੋਈ ਹਾਰ ਖਾ ਕੇ ਭੱਜ ਤੁਰਿਆ ਨਾ ਅੱਗੇ ਅੱਗੇ, ਤੇ ਮਹਾਰਾਜ ਨੇ ਪਿੱਛਾ ਨਹੀਂ ਸੀ ਕਦੇ ਕੀਤਾ। ਤੇ ਜੇ ਪਿੱਛੇ ਫੌਜ ਚੜੀ ਆਉਂਦੀ ਆ ਤਾਂ ਵੀ ਮਹਾਰਾਜ ਨੇ ਕਾਹਲੀ ਨਹੀਂ ਕਦੇ ਕੀਤੀ। ਬੜੀ ਮਸਤ ਚਾਲੇ, ਹੌਲੀ ਹੌਲੀ ਘੋੜਾ ਲੈ ਕੇ ਤੁਰੇ ਜਾਂਦੇ। ਕੋਈ ਫਰਕ ਹੀ ਨਹੀਂ ਹੈ ਹਰਖ ਸੋਗ ਦਾ, ਦੁੱਖ ਸੁੱਖ ਦਾ, ਐ ਸਮਬਿਰਤੀ ਬਣੀ ਹੋਈ ਹੈ। ਸਰਸਾ ਦੇ ਕੰਢੇ ਤੇ ਆਸਾ ਦੀ ਵਾਰ ਦਾ ਕੀਰਤਨ ਹੋਇਆ। ਇੱਕ ਪਾਸੇ ਕੀਰਤਨ ਹੁੰਦਾ, ਦੂਜੇ ਪਾਸੇ ਜੰਗ ਹੋ ਰਿਹਾ, ਯੁੱਧ ਹੋ ਰਿਹਾ ਹੈ। ਤੇ ਉਹ ਸਮਾਂ ਆ ਗਿਆ 7 ਪੋਹ ਦੀ ਸਵੇਰ ਦਾ ਸੰਗਤ ਜੀ, ਜਦੋਂ ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਪਰ ਯਾਦ ਰੱਖਿਓ 3 ਹਿੱਸਿਆਂ 'ਚ ਨਹੀਂ ਸੀ ਜੀ ਵੰਡ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ 4 ਹਿੱਸਿਆਂ 'ਚ ਵੰਡ ਹੋਇਆ ਸੀ। ਹੁਣ ਤੁਸੀਂ ਆਖੋਗੇ ਉਹ ਕਿਵੇਂ ਹੋ ਸਕਦਾ ਹੈ? ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਡੇ ਸਾਹਿਬਜ਼ਾਦੇ ਸਰਸਾ ਪਾਰ ਕਰ ਗਏ। ਦੂਜੇ ਪਾਸੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਚਲੇ ਗਏ ਨਾਲ ਭਾਈ ਮਨੀ ਸਿੰਘ ਦੇ। ਤੇ ਤੀਜੇ ਪਾਸੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਨਾਲ ਹੋ ਗਏ। 3 ਹਿੱਸੇ ਹੋ ਗਏ ਨਾ ਜੀ, 3 ਹੋ ਗਏ। ਤੇ ਚੌਥਾ ਹਿੱਸਾ ਕਿਹੜਾ ਸੀ? ਕਦੇ ਖਿਆਲ ਕੀਤਾ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦਾ ਚੌਥਾ ਹਿੱਸਾ ਕਿਹੜਾ ਸੀ ਜਿਹੜਾ ਵਿਛੜ ਗਿਆ ਸੀ? ਮਹਾਰਾਜ ਨੇ ਆਪਣੀ ਬਾਣੀ 'ਚ ਆਪਾਂ ਨੂੰ ਦੱਸਿਆ। ਕੀ ਕਿਹਾ ਮਹਾਰਾਜ ਨੇ? ਸੁਖੀ ਵਸੈ ਪਰਿਵਾਰ। ਕਿਹੜਾ ਪਰਿਵਾਰ ਜੀ? ਸੇਵਕ ਸਿੱਖ ਸਭੈ ਕਰਤਾਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਕੱਲੇ ਆਪਣੇ ਪਰਿਵਾਰ ਨੂੰ ਆਪਣਾ ਨਹੀਂ ਕਿਹਾ। ਸੱਚੇ ਪਾਤਸ਼ਾਹ ਜੀ ਨੇ ਆ ਸਿੱਖਾਂ ਆਪਣੀਆਂ ਸੰਗਤਾਂ ਨੂੰ ਵੀ ਆਪਣਾ ਪਰਿਵਾਰ ਕਿਹਾ। ਇਹਨਾਂ ਦਾ ਵਿਛੋੜਾ ਵੀ ਪਿਆ, ਸਿੱਖਾਂ ਦਾ ਵਿਛੋੜਾ ਵੀ ਪਿਆ। ਤੇ ਮਹਾਰਾਜ ਦਾ ਉਹ ਬਚਨ ਜਿਹੜਾ ਆਪਾਂ ਪੜ੍ਹਦੇ ਹਾਂ, ਪੰਥ ਵਸੇ ਮੈਂ ਉਜਣਾ ਮਨ ਚਾਉ ਘਨੇਰਾ, ਉਹ ਸਰਸਾ ਦੇ ਕੰਢੇ ਤੇ ਆ ਕੇ ਪੂਰਾ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਸੀ ਇਹ ਜੀ, ਲਓ ਪੜਿਓ ਜੀ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੌਵੇਂ ਤੇ ਮੇਰਾ ਭਾਵੇਂ ਕੱਖ ਨਾ ਰਹੇ। ਖਾਲਸਾ ਸੁੱਖਾਂ ਦੀ ਨੀਂਦ ਸੌਵੇਂ ਮੇਰਾ ਭਾਵੇਂ ਕੱਖ ਨਾ ਰਹੇ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਵੇ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਵੇ। ਸਾਡੀ ਨੀਂਦ ਸੋਵੇ ਮੇਰਾ ਭਾਵੇਂ ਕੱਖ ਸੁੱਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਵੇ। ਮੇਰੇ ਪਿਆਰੇ ਜੀ, ਮੇਰਾ ਭਾਵੇਂ ਕੱਖ ਨਾ। ਸਤਿਗੁਰ ਕਹਿੰਦੇ ਮੇਰਾ ਭਾਵੇਂ ਕੱਖ ਨਾ ਰਹੇ। ਮੇਰੇ ਪਿਆਰੇ ਮੇਰਾ ਭਾਵੇਂ ਕੱਖ ਨਾ ਰਵੇ। ਮੇਰੇ ਪਿਆਰੇ ਮੇਰਾ ਭਾਵੇਂ ਕੱਖ ਨਾ ਰਵੇ। ਮੇਰਾ ਭਾਵੇਂ ਕੱਖ ਨਾ ਰਵੇ। ਵਾਹ, ਮੇਰਾ ਭਾਵੇਂ ਕੱਖ ਨਾ ਰਵੇ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੋਵੇਂ। ਖਾਲਸਾ ਸੁੱਖਾਂ ਦੀ ਨੀਂਦ ਸੋਵੇਂ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੋਵੇ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੋਵੇ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੋਵੇ। ਹਾਂਜੀ, ਸੁਖੀ ਬਸੇ ਪਰਿਵਾਰ ਖਾਲਸਾ ਸੁਖੀ ਬਸੇ। ਸੁਖੀ ਬਸੇ ਪਰਿਵਾਰ ਖਾਲਸਾ ਸੁਖੀ ਬਸੇ। ਸੁਖੀ ਬਸੇ
ਸਿੱਖ ਸਭੈ ਕਰਤਾਰਾ। ਚਾਰ ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ। ਤਾਂ ਲਓ ਇੱਥੋਂ ਸ਼ੁਰੂ ਹੁੰਦਾ ਮਾਤਾ ਗੁਜਰ ਕੌਰ ਜੀ ਦਾ ਛੋਟੇ ਸਾਹਿਬਜ਼ਾਦਿਆਂ ਦਾ ਸਫ਼ਰ ਸ਼ੁਰੂ। ਮਾਤਾ ਗੁਜਰ ਕੌਰ ਜੀ ਨੇ ਪਹਿਲੀ ਰਾਤ, ਦੂਜੀ ਰਾਤ, ਤੀਜੀ ਰਾਤ 6 ਰਾਤਾਂ ਦਾ ਸਫ਼ਰ ਹੈ ਜੀ। 6 ਰਾਤਾਂ ਦਾ ਕਿੱਥੇ ਕਿੱਥੇ ਗੁਜ਼ਾਰੀਆਂ ਹਨ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਸਾ ਪਾਰ ਕਰ ਗਏ। ਸੱਚੇ ਪਾਤਸ਼ਾਹ ਜੀ ਦੇ ਘਰੋਂ ਮਾਤਾਵਾਂ ਉਹ ਵੀ ਸਰਸਾ ਪਾਰ ਕਰ ਗਈਆਂ, ਪਰ ਮਾਤਾ ਗੁਜਰੀ ਔਰ ਛੋਟੇ ਸਾਹਿਬਜ਼ਾਦੇ ਸਰਸਾ ਦੇ ਕੰਢੇ ਕੰਢੇ ਪਾਸੇ ਪਾਸੇ ਤੁਰ ਪਏ। 7 ਪੋਹ ਦੀ ਸਵੇਰ ਨੂੰ, 7 ਪੋਹ ਦੀ ਸਵੇਰ ਸਾਰੀ ਦਿਹਾੜੀ ਮਾਤਾ ਗੁਜਰ ਕੌਰ ਜੀ ਨੇ ਫਿਰਦਿਆਂ ਲੰਘਾਈ। ਤੇ ਮਾਤਾ ਜੀ ਦੇ ਕੋਲ ਥੋੜੇ ਜਿਹੇ ਕੱਪੜੇ ਇੱਕ ਗਠੜੀ ਵਿੱਚ ਬੰਨੇ ਹੋਏ ਤੇ ਇੱਕ ਮਾਇਆ ਦੀ ਮੋਹਰਾਂ ਦੀ ਥੈਲੀ ਸੀ। ਤੇ ਇਤਿਹਾਸ ਕਹਿੰਦਾ ਵੀ ਪਹਿਲੀ ਰਾਤ ਮਾਤਾ ਗੁਜਰ ਕੌਰ ਜੀ ਨੇ, ਪਿੰਡ ਹੈ ਜੀ ਚੱਕ ਢੇਰਾ, ਉਸ ਪਿੰਡ ਦਾ ਨਾਮ ਹੈ ਚੱਕ ਢੇਰਾ। ਇੱਥੇ ਰਹਿੰਦਾ ਸੀ ਜੀ ਇੱਕ ਕੁੰਮਾ ਮਾਸ਼ਕੀ। ਕਈ ਇਤਿਹਾਸਕਾਰਾਂ ਨੇ ਇਹਦਾ ਨਾਮ ਲਿਖਿਆ ਕਰੀਮ ਬਖਸ਼, ਤੇ ਇਹਦਾ ਪਹਿਲਾ ਨਾਮ ਸੀ ਕਰਮਚੰਦ। ਇਹ ਮੁਸਲਮਾਨ ਨਹੀਂ ਸੀ, ਇਹਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਗਿਆ ਸੀ। ਇਹਦਾ ਪਹਿਲਾ ਨਾਮ ਸੀ ਕਰਮਚੰਦ, ਤੇ ਜਦੋਂ ਮੁਸਲਮਾਨ ਬਣਾਇਆ ਫਿਰ ਨਾਮ ਰੱਖਿਆ ਗਿਆ ਕਰੀਮ ਬਖਸ਼। ਤੇ ਕਹਿੰਦੇ ਸਨ ਲੋਕੀ ਇਹਨੂੰ ਕੁੰਮਾ ਮਾਸ਼ਕੀ। ਇਹ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਣ ਦਾ ਕੰਮ ਕਰਦਾ ਹੁੰਦਾ ਸੀ। ਤੇ ਜਾਂ ਫਿਰ ਦਿਨੇ ਦਰਿਆ ਦੇ ਕੰਢੇ ਤੇ ਇਹਨੇ ਬੇੜੀ ਦਰਿਆ ਦੇ ਵਿੱਚ ਚਲਾਉਣੀ, ਮਲਾਹ ਦਾ ਕੰਮ ਕਰਦਾ ਸੀ। ਤੇ ਇਹਨੇ ਸਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰਨੀ। ਅਨੰਦਪੁਰ ਸਾਹਿਬ ਨਹੀਂ ਸੀ ਕਦੇ ਗਿਆ। ਇਹ ਸੁਣਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਰਹਿੰਦੇ ਹਨ। ਇਹਨੇ ਸਦਾ ਮਹਾਰਾਜ ਨੂੰ ਬੇਨਤੀ ਕਰਨੀ, ਸੱਚੇ ਪਾਤਸ਼ਾਹ ਮੇਰੀ ਸਾਰੀ ਉਮਰ ਬੀਤ ਗਈ ਇੱਥੇ ਬੇੜੀ ਚਲਾਉਂਦੇ ਦੀ, ਸਾਰੀ ਉਮਰ ਲੰਘ ਗਈ ਮੇਰੀ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਂਦੇ ਦੀ। ਸੱਚੇ ਪਾਤਸ਼ਾਹ ਜੀ ਮੈਂ ਆਪਣਾ ਕੰਮ ਛੱਡ ਕੇ ਤੁਹਾਡੇ ਤੱਕ ਦਰਸ਼ਨ ਕਰਨ ਤੇ ਨਹੀਂ ਆ ਸਕਿਆ, ਕਿਰਪਾ ਕਰਕੇ ਘੱਟੋ ਘੱਟ ਮੈਨੂੰ ਸੇਵਾ ਦਾ ਮੌਕਾ ਤਾਂ ਦੇ ਦਿਓ ਕੋਈ। ਜਿਵੇਂ ਸੈਦੇ ਮਲਾਹ ਤੇ ਕਿਰਪਾ ਕਰਕੇ ਤੁਸੀਂ ਸੇਵਾ ਦਿੱਤੀ ਸੀ ਨਾ ਸੈਦੇ ਮਲਾਹ ਨੂੰ ਮਹਾਰਾਜ ਨੇ ਆਪ ਜਾ ਕੇ, ਕਦੇ ਮੈਨੂੰ ਵੀ ਸੇਵਾ ਦਾ ਮੌਕਾ ਦਿਓ। ਇਹ ਕੁੰਮਾ ਮਾਸ਼ਕੀ ਸਦਾ ਸਦਾ ਮਹਾਰਾਜ ਨੂੰ ਆਪ ਬੇਨਤੀ ਕਰਦਾ ਹੁੰਦਾ ਸੀ। ਜੀ ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਤੇ ਪਾਪਾਂ ਵਿੱਚ ਯਾਦ ਬੀਤ ਗਈ। ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਯਾਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਯਾਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਯਾਦ ਬੀਤ ਗਈ। ਪਾਪਾਂ ਵਿੱਚ ਯਾਦ ਬੀਤ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਯਾਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਯਾਦ ਬੀਤ ਗਈ। ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਯਾਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਯਾਦ ਬੀਤ ਗਈ। ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਯਾਦ ਬੀਤ ਗਈ। ਪਾਪਾਂ ਵਿੱਚ ਯਾਦ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਯਾਦ ਬੀਤ ਗਈ। ਮੇਰੇ ਪਿਆਰੇ ਜੀ ਪਾਪਾਂ ਵਿੱਚ ਯਾਦ ਬੀਤ ਗਈ। ਮੇਰੇ ਪਿਆਰੇ ਪਾਪਾਂ ਵਿੱਚ ਯਾਦ ਬੀਤ ਗਈ। ਮੇਰੇ ਪਿਆਰੇ ਪਾਪਾਂ ਵਿੱਚ ਯਾਦ ਬੀਤ ਗਈ। ਮੇਰੇ ਪਿਆਰੇ ਪਾਪਾਂ ਵਿੱਚ ਯਾਦ ਬੀਤ ਗਈ।
ਗੋਬਿੰਦ ਸਿੰਘ ਮਹਾਰਾਜ ਨੂੰ ਸਦਾ ਇਹਨੇ ਬੇਨਤੀਆਂ ਕਰਨੀਆਂ, ਸੱਚੇ ਪਾਤਸ਼ਾਹ ਕਦੇ ਮੈਨੂੰ ਵੀ ਸੇਵਾ ਦਾ ਮੌਕਾ ਦਿਓ। ਤੇ ਧੰਨ ਮਾਤਾ ਗੁਜਰ ਕੌਰ, ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਸਾਰੀ ਦਿਹਾੜੀ ਫਿਰਨ ਤੋਂ ਬਾਅਦ ਵਿੱਚ 7 ਪੋਹ ਦੀ ਰਾਤ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਕੱਟੀ। ਇਹ ਇਕੱਲਾ ਹੀ ਰਹਿੰਦਾ ਸੀ, ਇਹਦੇ ਨਾਲ ਨਹੀਂ ਸੀ ਕੋਈ ਰਹਿੰਦਾ, ਇਕੱਲਾ ਹੀ ਸੀ ਜੀ ਇਹ। ਕੁੰਮੇ ਮਾਸ਼ਕੀ ਨੂੰ ਜਾ ਕੇ ਮਾਤਾ ਗੁਜਰ ਕੌਰ ਜੀ ਨੇ ਆਖਿਆ, ਕਹਿਣ ਲੱਗੇ ਅਸੀਂ ਰਾਤ ਤੇਰੇ ਕੋ ਕੱਟਣਾ ਚਾਹੁੰਦੇ ਆ, ਸਾਨੂੰ ਥਾਂ ਟਿਕਾਣਾ ਮਿਲ ਸਕਦਾ? ਇਹ ਪੁੱਛਦਾ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਤੇ ਜਦੋਂ ਇਹਨਾਂ ਦੱਸਿਆ ਨਾ ਮਾਤਾ ਜੀ ਨੇ ਕਿ ਮੇਰਾ ਨਾਮ ਹੈ ਮਾਤਾ ਗੁਜਰੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਨੇ, ਇਹਨੂੰ ਚਾਅ ਚੜ ਗਿਆ, ਬੜਾ ਖੁਸ਼ ਹੋ ਗਿਆ ਕਿ ਮੈਨੂੰ ਸੇਵਾ ਕਰਨ ਦਾ ਮੌਕਾ ਅੱਜ ਸੱਚੇ ਪਾਤਸ਼ਾਹ ਨੇ ਦੇ ਦਿੱਤਾ। ਇਹ ਯਾਦ ਰੱਖਿਓ ਜੀ, ਪਿੰਡ ਦਾ ਨਾਮ ਹੈ ਚੱਕ ਢੇਰਾ, ਉੱਥੇ ਅੱਜ ਵੀ ਗੁਰੂ ਘਰ ਬਣਿਆ ਹੋਇਆ ਹੈ। 7 ਪੋਹ ਦੀ ਰਾਤ ਮਾਤਾ ਗੁਜਰ ਕੌਰ ਜੀ ਨੇ ਇੱਥੇ ਬਤੀਤ ਕੀਤੀ ਸਾਹਿਬਜ਼ਾਦਿਆਂ ਨੂੰ ਲੈ ਕੇ, ਤੇ ਪ੍ਰਸ਼ਾਦੇ ਦੀ ਸੇਵਾ ਕੀਤੀ ਸੀ ਮਾਤਾ ਲక్ష్ਮੀ ਨੇ। ਤੇ ਇਹ ਗੱਲ ਨੋਟ ਕਰਿਓ ਆਪ ਜੀ ਸਾਰੇ, ਇਹ 7 ਪੋਹ ਦੀ ਰਾਤ ਨੂੰ ਛਕਿਆ ਹੋਇਆ ਸੀ ਪ੍ਰਸ਼ਾਦਾ ਮਾਤਾ ਗੁਜਰ ਕੌਰ ਜੀ ਦਾ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ। ਮੁੜ ਕੇ ਸ਼ਹੀਦ ਹੁੰਦਿਆਂ ਤੱਕ ਪ੍ਰਸ਼ਾਦਾ ਨਹੀਂ ਛਕਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਰਫ 7 ਪੋਹ ਦੀ ਰਾਤ ਜਿਹੜਾ ਪ੍ਰਸ਼ਾਦਾ ਮਾਤਾ ਲక్ష్ਮੀ ਨੇ ਆਪਣੇ ਘਰੋਂ ਲਿਆ ਕੇ ਛਕਾ ਦਿੱਤਾ, ਤਿਆਰ ਕਰਕੇ ਨਾ ਜੀ, ਇਹੀ ਛਕਿਆ ਰਹਿ ਗਿਆ। ਇਹ ਤੋਂ ਬਾਅਦ ਵਿੱਚ ਤਾਂ ਫਿਰ ਬਾਬੇ ਮੋਤੀ ਰਾਮ ਮਹਿਰੇ ਨੇ ਦੁੱਧ ਜ਼ਰੂਰ ਛਕਾਇਆ, ਹੋਰ ਕੁਝ ਨਹੀਂ ਛਕਿਆ। 7 ਪੋਹ ਦੀ ਰਾਤ ਇੱਥੇ ਇਤਿਹਾਸ ਕਹਿੰਦਾ ਬਤੀਤ ਕੀਤੀ ਹੈ। ਤੇ ਇੱਥੇ ਹੀ ਆ ਕੇ ਮਾਤਾ ਗੁਜਰ ਜੀ ਨੂੰ ਗੰਗੂ ਬ੍ਰਾਹਮਣ ਖੇੜੀ ਪਿੰਡ ਤੋਂ ਇੱਥੇ ਆ ਕੇ ਮਿਲਿਆ ਸੀ। ਇਸੇ ਸਥਾਨ ਤੇ ਇਹਨੂੰ ਪਤਾ ਲੱਗਾ ਕਿ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਉੱਥੇ ਗਏ ਹੋਏ ਨੇ। ਕੁੰਮੇ ਮਾਸ਼ਕੀ ਨੂੰ ਪੁੱਛਿਆ, ਉਹ ਕਹਿੰਦਾ ਹਾਂ ਮੇਰੇ ਕੋ ਆਏ ਨੇ। ਤੂੰ ਕੌਣ ਹੈ? ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰਸੋਈਆ ਰਿਹਾ 21 ਸਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ, ਮੈਂ ਲੈਣ ਵਾਸਤੇ ਆਇਆ ਉਹਨਾਂ ਨੂੰ। ਤੇ ਕੁੰਮੇ ਮਾਸ਼ਕੀ ਨੇ ਇਹਨਾਂ ਤੇ ਕਹਿੰਦੇ ਯਕੀਨ ਕਰਕੇ ਗੰਗੂ ਬ੍ਰਾਹਮਣ ਦੇ ਨਾ ਜੀ ਨਾਲ ਤੋਰ ਦਿੱਤਾ ਸੀ। ਅੱਛਾ, ਸਾਡਾ ਇਤਿਹਾਸ ਹੁਣ ਇਹ ਗੱਲ ਕਹਿੰਦਾ ਹੈ ਵੀ ਗੰਗੂ ਬ੍ਰਾਹਮਣ ਇੱਥੋਂ ਸਿੱਧਾ ਆਪਣੇ ਘਰ ਲੈ ਗਿਆ ਸੀ, ਨਹੀਂ, ਗੰਗੂ ਦੀ ਨੀਤ ਨਹੀਂ ਸੀ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਕੇ ਜਾਣ ਦੀ। ਇਹਦੀ ਨੀਤ ਇੱਥੋਂ ਵਿਗੜ ਗਈ। ਜਦੋਂ ਇੱਥੋਂ ਤੁਰਨ ਲੱਗੇ ਆ ਨਾ ਕੁੰਮੇ ਮਾਸ਼ਕੀ ਦੀ ਛੰਨ ਵਿੱਚੋਂ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ, ਤੇ ਮਾਤਾ ਜੀ ਨੇ ਕਹਿੰਦੇ ਉਹ ਥੈਲੀ ਵਿੱਚੋਂ 5 ਮੋਹਰਾਂ ਕੱਢ ਕੇ ਕੁੰਮੇ ਮਾਸ਼ਕੀ ਨੂੰ ਦਿੱਤੀਆਂ, ਸੋਨੇ ਦੀਆਂ ਮੋਹਰਾਂ, ਤੇ 5 ਚੂੜੀਆਂ ਜਿਹੜੀ ਮਾਈ ਨੇ ਪ੍ਰਸ਼ਾਦਾ ਛਕਾਇਆ ਸੀ, ਮਾਈ ਲక్ష్ਮੀ ਨੇ, ਉਹਨੂੰ ਦਿੱਤੀਆਂ। ਜਦੋਂ ਇਹਨੇ ਵੇਖਿਆ ਸੋਨੇ ਦੀਆਂ ਚੂੜੀਆਂ ਤੇ 5 ਮੋਹਰਾਂ ਦਿੱਤੀਆਂ, ਇਹਦਾ ਮਨ ਉੱਥੇ ਹੀ ਬੇਈਮਾਨ ਹੋ ਗਿਆ ਵੀ ਮਾਤਾ ਦੇ ਕੋਲ ਮਾਇਆ ਬਹੁਤ ਹੈ, ਹੋਵੇ ਨਾ ਤੇ ਸਾਂਭ ਲਈ ਜਾਵੇ। ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ, ਵਿੱਚ ਛੱਟਦੇ ਦੇਖ ਕੇ ਮਾਲ ਗੰਗੂ। ਆਪਣੇ ਮਨ ਵਿੱਚ ਇਹ ਲੋਭ ਪੈਦਾ ਹੋ ਗਿਆ, ਲਾਲਚ ਹੋ ਗਿਆ। ਤੇ ਯਾਦ ਰੱਖਿਓ ਸੰਗਤ ਜੀ, ਮਹਾਂਪੁਰਸ਼ਾਂ ਦਾ ਬਚਨ ਹੈ, ਕਹਿੰਦੇ ਪਾਪ ਦੀ ਪੈਦਾਇਸ਼ ਕਿੱਥੋਂ ਹੁੰਦੀ ਹੈ? ਗੁਨਾਹ ਪਤਾ ਕਿੱਥੋਂ ਪੈਦਾ ਹੁੰਦਾ ਜੀ? ਪਾਪ ਕਿੱਥੋਂ ਪੈਦਾ ਹੁੰਦਾ? 2 ਕੰਮਾਂ ਚੋਂ ਪੈਦਾ ਹੁੰਦਾ ਹੈ। ਗੁਨਾਹ ਪੈਦਾ ਹੋਏਗਾ ਜਾਂ ਝੂਠ ਵਿੱਚੋਂ ਤੇ ਜਾਂ ਲਾਲਚ ਵਿੱਚੋਂ। ਜਿੱਥੇ ਝੂਠ ਹੋਏਗਾ ਉੱਥੋਂ ਗੁਨਾਹ ਤੋਂ ਬਚਿਆ ਨਹੀਂ ਜਾ ਸਕਦਾ, ਮਾੜੇ ਕਰਮ ਤੋਂ ਬਚਿਆ ਨਹੀਂ ਜਾ ਸਕਦਾ। ਤੇ ਜਿੱਥੇ ਲਾਲਚ ਹੋਏਗਾ ਉੱਥੇ ਵੀ ਗੁਨਾਹ ਤੋਂ ਬਚਿਆ ਨਹੀਂ ਜਾ ਸਕਦਾ। ਤੇ ਮਹਾਰਾਜ ਦੀ ਬਾਣੀ ਦਾ ਬਚਨ ਹੈ, ਲੋਭੀ ਕਾਵੇ ਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੋ ਹੈ, ਜਿੱਥੇ ਹੱਥ ਨਾ ਪਾਏ। ਲੋਭੀ ਦਾ ਮਹਾਰਾਜ ਕਹਿੰਦੇ ਕਦੇ ਵਿਸਾਹ ਨਾ ਕਰਿਓ। ਲਾਲਚੀ ਬੰਦਾ ਆਪਣੇ ਮਾਂ ਪਿਓ ਦਾ ਸਕਾ ਵੀ ਨਹੀਂ ਹੁੰਦਾ, ਹੋਰ ਕਿਸੇ ਦਾ ਸਕਾ ਤੇ ਕੀ ਹੋਏਗਾ। ਕਹਿੰਦੇ 3 ਚੋਰਾਂ ਨੇ ਚੋਰੀ ਕੀਤੀ, ਚੋਰੀ ਕਰਨ ਤੋਂ ਬਾਅਦ ਵਿੱਚ ਮਾਇਆ ਇਕੱਠੀ ਕਰਕੇ ਤੁਰ ਪਏ। ਇੱਕ ਦਰਖਤ ਥੱਲੇ ਜਾ ਕੇ ਰੱਖ ਦਿੱਤੀ ਤੇ ਆਪਸ ਵਿੱਚ ਸਲਾਹ ਕਰਦੇ ਐ। ਕੀ ਸਲਾਹ ਕਰਦੇ ਐ? ਕਹਿੰਦੇ ਜੀ ਸਵੇਰ ਦੇ ਭੁੱਖੇ ਆ, ਛਕਿਆ ਕੁਛ ਹੈ ਨਹੀਂ, ਇੱਕ ਜਾਣਾ ਆਪਾਂ ਇੱਥੇ ਬੈਠ ਜਾਈਏ ਮਾਇਆ ਦੀ ਰਾਖੀ ਵਾਸਤੇ, 2 ਜਾਣੇ ਸ਼ਹਿਰ ਜਾ ਕੇ ਪ੍ਰਸ਼ਾਦਾ ਲੈ ਆਓ। ਸਲਾਹ ਹੋ ਗਈ, ਇੱਕ ਉੱਥੇ ਬੈਠ ਗਿਆ, 2 ਜਾਣੇ ਸ਼ਹਿਰ ਚਲੇ ਗਏ। ਲਾਲਚ ਬੰਦੇ ਕੋਲੋਂ ਕੀ ਕਰਵਾ ਦਿੰਦਾ, ਲੋਭ ਬੰਦੇ ਕੋਲੋਂ ਕੀ ਕਰਵਾ ਦਿੰਦਾ।
ਮੈਂ ਤੁਹਾਨੂੰ ਬੇਨਤੀ ਇਹ ਲੱਗਾ ਜੀ ਕਰਨ। ਉਹ ਦੋ ਜਾਣੇ ਪ੍ਰਸ਼ਾਦਾ ਲੈਣ ਚਲੇ ਗਏ, ਉਹ ਰਾਖੀ ਬਹਿ ਗਿਆ ਮਾਇਆ ਦੀ। ਜਿਹੜੇ ਪ੍ਰਸ਼ਾਦਾ ਲੈਣ ਗਏ ਸੀ ਉਹ ਸੋਚਦੇ ਐ, ਕਹਿੰਦੇ ਜਿਹੜੀ ਆਪਾਂ ਚੋਰੀ ਕਰਕੇ ਮਾਇਆ ਇਕੱਠੀ ਕੀਤੀ, ਜੇ ਆਪਾਂ ਵੰਡਣ ਲੱਗੇ ਤਾਂ ਇਹਦੇ 3 ਹਿੱਸੇ ਹੋਣਗੇ, ਆਪਾਂ 3 ਬੰਦੇ ਆ। ਕਹਿੰਦੇ ਫਿਰ ਕੀ ਕਰੀਏ? ਕਹਿੰਦੇ ਜਿਹੜਾ ਪ੍ਰਸ਼ਾਦਾ ਲੈਣ ਚੱਲੇ ਆਪਾਂ, ਜਿਹੜਾ ਉੱਥੇ ਰਾਖੀ ਬੈਠਾ ਉਹਨਾਂ ਪੈਸਿਆਂ ਦੀ, ਆਪਾਂ ਉਹਦੇ ਪ੍ਰਸ਼ਾਦੇ ਵਿੱਚ ਜ਼ਹਿਰ ਪਾ ਦਈਏ, ਉਹ ਮਰ ਜਾਏਗਾ ਤੇ ਆਪਾਂ ਜਿਹੜੀ ਮਾਇਆ ਹੈ 2 ਹਿੱਸਿਆਂ 'ਚ ਵੰਡ ਲਵਾਂਗੇ। ਲਾਲਚ ਆ ਗਿਆ ਨਾ ਮਨ ਵਿੱਚ। ਅੱਛਾ, ਉਹਨਾਂ ਦੇ ਮਨ ਵਿੱਚ ਇਹ ਗੱਲ ਚੱਲ ਪਈ, ਜਿਹੜਾ ਉੱਥੇ ਰਾਖੀ ਬੈਠਾ ਸੀ ਉਹਦੇ ਮਨ ਵਿੱਚ ਕੀ ਚੱਲ ਪਿਆ? ਕਹਿੰਦਾ 3 ਹਿੱਸੇ ਹੋਣਗੇ ਪੈਸਿਆਂ ਦੇ, ਹੋਵੇ ਨਾ ਜਿਹੜੇ 2 ਪ੍ਰਸ਼ਾਦਾ ਲੈਣ ਗਏ ਉਹਨਾਂ ਨੂੰ ਮਾਰ ਨਾ ਦਈਏ। ਜੇ ਉਹ ਦੋਵੇਂ ਮਰ ਜਾਣਗੇ ਤਾਂ ਮਾਇਆ ਮੇਰੀ ਇਕੱਲੇ ਦੀ ਹੋ ਜਾਏਗੀ। ਲੋਭ ਬੰਦੇ ਕੋਲੋਂ ਕੀ ਕਰਵਾ ਦਿੰਦਾ ਹੈ। ਕਹਿੰਦੇ ਉਹਨਾਂ ਨੇ ਪ੍ਰਸ਼ਾਦੇ ਪਾਣੀ ਦਾ ਸਮਾਨ ਲਿਆ, ਉਹਦੇ ਪ੍ਰਸ਼ਾਦੇ ਵਿੱਚ ਜ਼ਹਿਰ ਪਾ ਦਿੱਤੀ। ਜਦੋਂ ਪ੍ਰਸ਼ਾਦਾ ਲਿਆ ਕੇ ਰੱਖਣ ਲੱਗੇ, ਉਹ ਉੱਠ ਕੇ ਲੁਕ ਗਿਆ ਦਰਖਤ ਦੇ ਪਿੱਛੇ, ਹੱਥ ਵਿੱਚ ਦਾਤਰ ਫੜ ਲਿਆ। ਜਦੋਂ ਪ੍ਰਸ਼ਾਦਾ ਰੱਖਣ ਲੱਗੇ ਨੀਵੇਂ ਹੋਏ, ਜਿਹੜਾ ਰਾਖੀ ਕਰਨ ਵਾਸਤੇ ਬੈਠਾ ਸੀ ਇਹਨੇ ਦਾਤਰ ਨਾਲ ਦੋਵੇਂ ਚੋਰ ਮਾਰ ਦਿੱਤੇ। ਉਹ ਦੋਵੇਂ ਮਰ ਗਏ, ਫਿਰ ਇਕੱਲਾ ਬਚ ਗਿਆ ਤੇ ਬੜਾ ਖੁਸ਼ ਹੁੰਦਾ ਹੈ। ਕਹਿੰਦਾ ਸਾਰਾ ਪਦਾਰਥ, ਸਾਰੀ ਮਾਇਆ, ਸਾਰਾ ਪੈਸਾ ਮੇਰੇ ਕੋਲ ਆਏਗਾ ਹੁਣ। ਅੱਛਾ, ਸੋਚਦਾ ਹੈ ਇਹ ਤੇ ਮਾਰੇ ਗਏ ਤੇ ਹੋਵੇ ਨਾ ਤੇ ਮੈਂ ਪ੍ਰਸ਼ਾਦਾ ਨਾ ਛਕ ਲਵਾਂ, ਫੇਰ ਅੱਗੇ ਜਾਵਾਂਗਾ। ਹੁਣ ਉਹਨਾਂ ਨੇ ਪ੍ਰਸ਼ਾਦੇ ਵਿੱਚ ਜ਼ਹਿਰ ਪਾਇਆ ਹੋਇਆ ਸੀ, ਉਹ ਦਾਤਰ ਨਾਲ ਆਪ ਮਾਰ ਦਿੱਤੇ। ਲਿਆਂਦਾ ਹੋਇਆ ਪ੍ਰਸ਼ਾਦਾ ਆਪ ਛਕ ਲਿਆ, ਤਿੰਨੋਂ ਦੇ ਤਿੰਨੋਂ ਮਰ ਗਏ। ਮਾਇਆ ਉੱਥੇ ਦੀ ਉੱਥੇ ਪਈ ਰਹਿ ਗਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਨੂੰ ਮਰਦ ਕਹਿੰਦੇ ਨੇ ਪਾਪਾਂ ਬਾਝੋਂ ਹੋਵੇ ਨਾਹੀ। ਲਾਲਚ ਦਾ ਜਿਹੜਾ ਧਨ ਹੈ, ਪੈਸਾ ਹੈ, ਪਾਪ ਤੋਂ ਬਿਨਾਂ ਇਕੱਠਾ ਨਹੀਂ ਹੋ ਸਕਦਾ ਤੇ ਮੋਇਆ ਸਾਥ ਨਾ ਜਾਈ। ਇਹ ਤੇ ਇੱਥੇ ਰਹਿ ਜਾਏਗਾ। ਧਨ ਲੋਕਾਂ ਤਨ ਭਸਮੇ ਢੇਰੀ। ਜਿਹੜਾ ਕੀਤਾ ਹੋਇਆ ਪਦਾਰਥ ਇਕੱਠਾ ਹੈ, ਮਾਇਆ ਇਕੱਠੀ ਹੈ, ਜੇ ਨਹੀਂ ਵਰਤੀ, ਜੇ ਨਹੀਂ ਖਰਚੀ, ਹੱਕ ਸੱਚ ਦੀ ਨਾ ਹੋਈ, ਇਹ ਲੋਕਾਂ ਜੋਗੀ ਰਹਿ ਜਾਏਗੀ। ਜਿਹੜਾ ਸਰੀਰ ਹੈ ਇਹ ਭਸਮ ਦੀ ਢੇਰੀ ਬਣ ਜਾਏਗਾ। ਇਹਦੇ ਮਨ ਵਿੱਚ ਲਾਲਚ ਆ ਗਿਆ ਵੀ ਹੋਵੇ ਨਾ ਤੇ ਮਾਇਆ ਮੈਂ ਖੋਹ ਲਵਾਂ। ਤੇ ਇਤਿਹਾਸ ਕਹਿੰਦਾ ਹੈ ਇਹ ਪਹਿਲਾਂ ਉਹਨਾਂ ਨੂੰ ਆਪਣੇ ਘਰ ਨਹੀਂ ਲੈ ਕੇ ਗਿਆ। ਯਾਦ ਰੱਖਿਓ, 6 ਪੋਹ ਨੂੰ ਕਿਲਾ ਛੱਡਿਆ, 7 ਪੋਹ ਦੀ ਰਾਤ ਕੁੰਮੇ ਮਾਸ਼ਕੀ ਕੋਲ ਰਹੇ ਨੇ ਤੇ 8 ਪੋਹ ਦੀ ਰਾਤ ਗੰਗੂ ਦੇ ਪਿੰਡ ਦੇ ਕੋਲ ਇੱਕ ਪਿੰਡ ਸੀ, ਉਹਦਾ ਨਾਮ ਸੀ ਜੀ ਕਾਈ ਨੌਰ। ਕਾਈ ਨੌਰ, ਯਾਦ ਰੱਖਿਓ ਪਿੰਡ ਦਾ ਨਾਮ। ਗੰਗੂ ਦੇ ਪਿੰਡ ਦੇ ਕੋਲ ਸੀ ਪਿੰਡ ਕਾਈ ਨੌਰ। ਇਹ ਉਹਨਾਂ ਨੂੰ ਉੱਥੇ ਲੈ ਗਿਆ ਵੀ ਅੱਜ ਦੀ ਰਾਤ ਮੈਂ ਇੱਥੇ ਕਟਾ ਦਿਆਂ, ਸੁੱਤੇ ਪਿਆਂ ਦੇ ਕੋਲ ਮਾਇਆ ਚੱਕ ਕੇ ਭੱਜ ਜਾਵਾਂਗਾ, ਮੇਰਾ ਕੰਮ ਹੋ ਜਾਏਗਾ। ਆਪਣੇ ਪਿੰਡ ਨਹੀਂ ਲੈ ਕੇ ਗਿਆ ਸਿੱਧਾ ਉਹਨਾਂ ਨੂੰ। ਤੇ ਇਤਿਹਾਸ ਕਹਿੰਦਾ ਵੀ ਪਿੰਡ ਕਾਈ ਨੌਰ ਦੇ ਵਿੱਚ, ਪਿੰਡ ਤੋਂ ਬਾਹਰ-ਬਾਹਰ ਮਾਤਾ ਗੁਜਰੀ ਜੀ ਨੇ, ਛੋਟੇ ਸਾਹਿਬਜ਼ਾਦਿਆਂ ਨੇ ਤੇ ਗੰਗੂ ਨੇ ਉੱਥੇ ਰਾਤ ਕੱਟੀ ਹੈ ਜੀ 8 ਪੋਹ ਦੀ, ਦਰਖਤਾਂ ਦੇ ਥੱਲੇ। ਇੱਥੇ ਛੋਟਾ ਜਿਹਾ ਤਲਾਬ ਹੁੰਦਾ ਸੀ ਇੱਕ ਪਿੰਡ ਕਾਈ ਨੌਰ ਦੇ ਬਾਹਰ-ਬਾਹਰ। ਉਹ ਤਲਾਬ ਦੇ ਕਿਨਾਰੇ ਝਿੜੀ ਵਿੱਚ ਲੈ ਗਿਆ ਇਹਨਾਂ ਨੂੰ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ। ਤੇ ਜਿਹੜੇ ਸਾਹਿਬਜ਼ਾਦੇ ਕਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਖਮਲੀ ਸੇਜਾਂ ਤੋਂ ਥੱਲੇ ਪੈਰ ਨਹੀਂ ਸੀ ਲਾਉਂਦੇ ਨਾ, ਅੱਜ ਉਹਨਾਂ ਨੂੰ ਕਹਿੰਦੇ ਨੇ ਲਓ ਆਖਰੀ ਧਾਰਨਾ ਪੜੀਏ। ਫਿਰ ਇਹ 8 ਪੋਹ ਦੀ ਰਾਤ ਇੱਥੇ ਇਹਨਾਂ ਨੇ ਬਤੀਤ ਕੀਤੀ। ਜਿਨ੍ਹਾਂ ਸਾਹਿਬਜ਼ਾਦਿਆਂ ਨੇ ਕਦੇ ਮਹਿਲਾਂ ਦੀਆਂ ਮੌਜਾਂ ਮਾਣੀਆਂ ਸੀ ਨਾ ਜੀ, ਹਰ ਜੰਗਲ ਵਿੱਚ ਬਿਨਾਂ ਬਿਸਤਰੇ ਤੋਂ ਥੱਲੇ ਹੀ ਪਏ ਨੇ। ਲਓ ਪੜਿਓ ਸਾਰੇ ਜੀ। ਜਿਨ੍ਹਾਂ ਮਹਿਲਾਂ ਦੀਆਂ ਮੌਜਾਂ ਸੀ ਮਾਣੀਆਂ, ਅੱਜ ਪਏ ਵਿੱਚ ਜੰਗਲਾਂ ਦੇ। ਜਿਨ੍ਹਾਂ ਮਹਿਲਾਂ ਦੀਆਂ ਮੌਜਾਂ ਸੀ ਮਾਣੀਆਂ, ਅੱਜ ਪਏ ਵਿੱਚ ਜੰਗਲਾਂ ਦੇ। ਜਿਨ੍ਹਾਂ ਮਹਿਲਾਂ ਦੀਆਂ ਮੌਜਾਂ ਸੀ ਮਾਣੀਆਂ, ਪਏ ਵਿੱਚ ਜੰਗਲਾਂ ਦੇ। ਜਿਨ੍ਹਾਂ ਮਹਿਲਾਂ ਦੀਆਂ ਮੌਜਾਂ ਸੀ
ਸਾਹਿਬਜ਼ਾਦਿਆਂ ਨੇ ਦੂਜੀ ਰਾਤ ਪਿੰਡ ਕਾਈ ਨੌਰ ਸੰਘਣੇ ਜੰਗਲ ਵਿੱਚ ਥੱਲੇ ਪੈ ਕੇ ਬਤੀਤ ਕੀਤੀ ਸੀ। ਲਓ ਬਾਕੀ ਦਾ ਇਤਿਹਾਸ ਆਪਾਂ ਇਸ ਤੋਂ ਅੱਗੇ ਫਿਰ ਕੱਲ੍ਹ ਨੂੰ ਵਿਚਾਰ ਕਰਾਂਗੇ ਵੀ ਕਿਵੇਂ ਇੱਥੋਂ ਫਿਰ ਆਪਣੇ ਘਰ ਲੈ ਕੇ ਗਿਆ ਗੰਗੂ, ਕਿਵੇਂ ਸਾਹਿਬਜ਼ਾਦੇ ਗ੍ਰਿਫਤਾਰ ਕਰਵਾਏ ਹੈ, ਕਿਵੇਂ ਇਹਨਾਂ ਨੂੰ ਫਿਰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਜੋ ਸਾਨੂੰ ਬਾਬਾ ਜੀ ਵੱਲੋਂ ਹੁਕਮ ਹੋਇਆ ਜਿੰਨਾ ਇਤਿਹਾਸ ਸੁਣਾਉਣ ਦਾ, ਉਹਨਾਂ ਦਾ ਹੁਕਮ ਸੀ ਵੀ ਤੁਸੀਂ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ 6 ਰਾਤਾਂ ਦਾ ਸਫ਼ਰ ਹੈ ਇਹ ਸੰਗਤ ਨੂੰ ਸਰਵਣ ਕਰਾਇਓ। ਜਿਹੜੀ ਸ਼ਹੀਦੀ ਹੈ ਸਾਹਿਬਜ਼ਾਦਿਆਂ ਦੀ ਉਹ ਤੁਹਾਨੂੰ ਬਾਬਾ ਜੀ ਆਪ ਸੁਣਾਉਣਗੇ। ਇੱਥੋਂ ਤੱਕ ਦਾ ਇਤਿਹਾਸ ਆਪਾਂ ਸਾਰਿਆਂ ਸਰਵਣ ਕੀਤਾ। ਆਓ ਹੁਣ ਆਨੰਦ ਸਾਹਿਬ ਜੀ ਦਾ ਜਾਪ ਸਾਰੇ ਰਲ ਮਿਲ ਕੇ ਆਪਾਂ ਕਰੀਏ। ਫਿਰ ਅਰਦਾਸ ਹੋਏਗੀ, ਹੁਕਮਨਾਮੇ ਹੋਣਗੇ, ਗੁਰੂ ਸਾਹਿਬ ਜੀ ਦੀ ਸੇਵਾ ਹੋਏਗੀ। ਫਿਰ ਸਾਰਿਆਂ ਨੇ ਜਲ ਪਾਣੀ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣ ਦੀ ਖੇਚਲ ਕਰਨੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭ ਨੂੰ ਜੀ ਆਇਆਂ ਨੂੰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਕਾ ਪਾਇਆ ਸਹਿਜ ਸੇਤੀ, ਮਨ ਵਜਿਆ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਣ ਆਈਆਂ। ਹਰੀ ਤੇਰਾ ਮਨ ਜਿਨੀ ਬਣਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਿ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰਿਓ ਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ। ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਲੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਹਰ ਸ਼ਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਨਾਨਕ ਸੁਨੋ ਸੰਤੋ, ਸ਼ਬਦ ਤਰੋ ਪਿਆਰੋ ਸਾਚਾ ਸਾਚਾ। ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ। ਕਰ ਸੁਭਾ ਕੇ ਵਾਜੇ ਨਾਜਿਤ ਕਰ ਤਾਰਿਆ। ਅਨਹੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰ ਕੈ ਲਾਗੇ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੇ ਲਾਗੇ। ਕਹਿ ਤੇ ਸੁਖੋ ਆਸਿਤ ਕਰ ਅਨਾਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭੂ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ
ਤਤਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।